दुनिया भर के बहुत साइंटिस्ट दस चुके हैं कि ये नैचुरल वायरस नहीं है, ये मैन मेड वायरस है। क्योंकि मैन मेड वायरस के एक गुण होंगे है, वो अलग अलग जगह पर साइमल्टेनियसली पैदा होंगे और वो ऐसा होंगे कि जो हर क्लाइमेट कंडीशन के चली जाता है। क्योंकि जो नैचुरल वायरस है वो हर जगह नहीं, गर्मी के ठंडे मुल्क पैदा होंगे तो गर्मी मुल्क आके खत्म हो जाएंगे। साढ़े मुल्क में हर रोज़ घट्टो घट्ट 1000 तो 1200 बंदे टीवी नाल मरते पहला भी सी, अज भी मर रहे हैं, मगर वो किसी को दस्या नहीं जा रहा। साढ़े मुल्क में हर रोज़ घट्टो घट्ट 700-800 बच्चे और बंदे भुख ना मर जाते हैं। साढ़े मुल्क में होर बड़ियां बीमारियां ने जिहड़े बच्चों दी छोटियां डायरिया है वो उस नाल मर जाते हैं, मगर वो कोई काउंटिंग नहीं कर रहे। ਉਹਦੀ कोई अखबारों में खबर नहीं आ रही कि अज जे तुसीं देखा जाए कोविड ना तो बहुत थोड़े बंदे मरे है, करोना ना बहुत थोड़े बंदे मरे है, मगर इन्ना रौला हो गया कि सारे मुल्क की जी सारे ही हक जोड़े संविधान ने सरकार तो खोल लिते गए इस बहाने कि नहीं तो तुसीं मर जाओ। 10,000 साल की जी रिकॉर्डिड हिस्टरी है, महाभारत तो लैके हले तक कभी दुनिया को इस तरह बंद नहीं किया गया सी। और किसी बीमारी तो डर के साडा धर्म सिखा रहा है कि तुसीं निडर रहो। डरन का तो मतलब ही नहीं है, हैल्दी बंदे ने डरन का कोई मतलब नहीं होता, चाहे बीमारी हो, चाहे दुश्मन हो, चाहे कोई चीज़ होर हो। ਤੇ ਹੋਰ ਤੁਸੀਂ ਇਸ ਚੋਂ ਕੀ ਐਸੀ ਚੀਜ਼ ਕੱਢੀ ਜਿਹੜੀ ਤੁਹਾਨੂੰ ਬਾਰ-ਬਾਰ ਜਿਹੜੀ ਇਹ ਸੋਚਣ ਤੇ ਮਜਬੂਰ ਕਰ ਰਹੀ ਹੈ, ਜਿਹੜੀ ਬੁੱਕਸ ਇੰਨੀਆਂ ਤੁਸੀਂ ਮਤਲਬ ਕਿ ਗਹਿਰਾਈ ਦੇ ਨਾਲ ਪੜ੍ਹ ਕੇ ਗੱਲ ਕਰਨਾ ਚਾਹੁੰਦੇ ਹੋ? 70 ट्रिलियन सैल्स है साढ़े शरीर में और 10 गुना ज़्यादा बैक्टीरिया है और वो उन्ने की है वायरस है। सो साढ़े ये नहीं कि वायरस साढ़े दुश्मन है, बैक्टीरिया साढ़े दुश्मन है। तकरीबन 99% सारे मदद कर रहे सानू जीन दी। ਜਿਹੜੇ ਮੁਲਕਾਂ ਨੇ ਨਾਰਵੇ ਨੇ ਨਹੀਂ ਜ਼ਿਆਦਾ ਲੌਕਡਾਊਨ ਕੀਤਾ ਉੱਥੇ ਡੈਥਸ ਘੱਟ ਹੋਈਆਂ, ਜਿਨ੍ਹਾਂ ਨੇ ਕੰਪਲੀਟ ਲੌਕਡਾਊਨ ਕੀਤਾ ਉੱਥੇ ਜ਼ਿਆਦਾ ਹੋਈਆਂ, ਕਿਉਂਕਿ ਜਿਹੜੇ ਐਲਡਰਲੀ ਹੈ ਉਹਨਾਂ ਨੂੰ ਤਾਂ ਕੇਅਰ ਚਾਹੀਦੀ ਹੈ। ਤੁਸੀਂ ਐਲਡਰ ਨਹੀਂ, ਬੱਚੇ ਨਹੀਂ ਮਿਲ ਸਕਦੇ, ਉਹਨਾਂ ਦੇ ਰਿਸ਼ਤੇਦਾਰ ਨਹੀਂ ਮਿਲ ਸਕਦੇ, ਡਾਕਟਰ ਆਉਂਦੇ ਨੂੰ ਆਈਸੋਲੇਸ਼ਨ ਪਾ ਦਿਓ, ਚੰਗਾ ਭਲਾ ਬਜ਼ੁਰਗ ਬਿਮਾਰ ਹੋ ਕੇ ਮਰ ਜਾਏਗਾ। ਔਰ ਇਹੀ ਲੱਗਦਾ ਕਿ ਜਿਹੜੀਆਂ ਬਾਹਲੀਆਂ ਡੈਥਸ ਹੋਈਆਂ ਨਰਸਿੰਗ ਹੋਮ ਦੇ ਵਿੱਚ ਅਕਰੋਸ ਡਿਵੈਲਪਡ ਵਰਲਡ ਉਹ ਬਿਲਕੁਲ ਆਈਸੋਲੇਸ਼ਨ ਕਰਕੇ ਹੋਈਆਂ। बिना एमरजेंसी तो एमरजेंसी डिक्लेयर करके उस तो भी बड़े हक लैके एक सेंट्रलाइज यूनियनाइज्ड गवर्नमेंट क्रिएट करती और बीमारी के बहाने उन्होंने जजां भी डराता, हाई कोर्ट भी बंद कराते, एक तरह से बंद ही हो गए क्योंकि कोई होर सुनता नहीं केस। एंड एक सारे मुल्क नूं मेरे हिसाब नाल एक अजीब जे कोल्ड स्टोरेज वर्गी सिचुएशन में लियाता कि जिथे बंदे लाशां बन जान, जिंदे बंदे अपने हकों की रौला ना पा सकन। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਲੈ ਕੇ ਪ੍ਰੋਗਰਾਮ ਡਾਇਲੌਗ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਲੱਗ-ਅਲੱਗ ਮਹਿਮਾਨਾਂ ਨਾਲ ਤੁਹਾਡਾ ਤਾਰੁਫ ਕਰਾਉਂਦੇ ਹਾਂ, ਰੂਬਰੂ ਕਰਾਉਂਦੇ ਹਾਂ। ਅੱਜ ਫਿਰ ਅਸੀਂ ਇੱਕ ਵਾਰੀ ਜਿਹੜੇ ਹਾਈ ਕੋਰਟ ਦੇ ਬਹੁਤ ਇੱਥੇ ਸੀਨੀਅਰ ਵਕੀਲ ਨੇ ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਵਕਾਲਤ ਕਰਦੇ ਨੇ, ਪਰ ਅੱਜ ਕੱਲ੍ਹ ਛੁੱਟੀਆਂ ਮਨਾ ਰਹੇ ਨੇ ਜ਼ਿਆਦਾਤਰ, ਕਿਉਂਕਿ ਕੋਰਟਸ ਜਿਹੜੀਆਂ ਨੇ ਉਹ ਐਕਟਿਵਲੀ ਨਹੀਂ ਲੱਗ ਰਹੀਆਂ, ਪਰ ਹਾਂ ਕੰਮ ਕਰ ਰਹੇ ਨੇ ਵੀਡੀਓ ਕਾਨਫਰੰਸਿੰਗ ਦੇ ਨਾਲ ਜਿਹੜੀਆਂ ਵੀ ਕੋਰਟਸ ਜਾਂ ਜਿੰਨੀ ਕੁ ਲੱਗੀਆਂ ਨੇ। ਤਾਂ ਮੈਨੂੰ ਲੱਗਦਾ ਹੁਣ ਇੱਕ ਵਾਰੀ ਫਿਰ ਕੋਰਟਸ ਜਿਹੜੇ ਨੇ ਉਹ ਫਿਰ ਬੰਦ ਹੋਣ ਦੇ ਤਰੀਕੇ ਨਾਲ ਹੀ ਆ ਰਹੇ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਵਾਇਰਸ ਵੱਧ ਗਿਆ ਅਤੇ ਦਿੱਲੀ ਦੇ ਵਿੱਚ ਤਾਂ ਕੋਰਟਸ ਨੂੰ ਦੁਬਾਰਾ ਤੋਂ ਜੁਲਾਈ ਤੱਕ ਜਿਹੜਾ ਉਹ ਥੋੜ੍ਹਾ ਕਲੋਜ਼ ਡਾਊਨ ਕਰ ਦਿੱਤਾ ਗਿਆ। ਸਾਡੇ ਮਹਿਮਾਨ ਨੇ RS ਬੈਂਸ, ਰਾਜਵਿੰਦਰ ਸਿੰਘ ਬੈਂਸ। ਪਰ ਮਜ਼ੇਦਾਰ ਗੱਲ ਇੱਥੇ ਇੰਟਰੋਡਿਊਸ ਮੈਂ ਕਰਨਾ ਚਾਹਾਂਗੀ ਕਿ ਵਕੀਲ ਹੋਣ ਦੇ ਬਾਵਜੂਦ ਕਾਨੂੰਨ ਦੀਆਂ ਕਿਤਾਬਾਂ ਪੜ੍ਹਨ ਦੇ ਰੋਜ਼ਮर्रा ਦੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨੇ। ਕੇਸਿਸ ਜਿਹੜੇ ਨੇ ਉਹਨਾਂ 'ਤੇ ਆਪਣਾ ਮੱਥਾ ਪੇਚੀ ਕਰਨਾ, ਉਹਨਾਂ ਨੂੰ ਸੋਚ ਵਿਚਾਰ ਕਰਨਾ ਅਤੇ ਇੱਕ ਕੰਪੀਟੈਂਟ ਤਰੀਕੇ ਦੇ ਨਾਲ ਜੱਜਾਂ ਦੇ ਸਾਹਮਣੇ ਰੱਖਣਾ। ਜਿਹੜੀਆਂ ਕਰੋਨਾ ਦੀਆਂ ਛੁੱਟੀਆਂ ਆਈਆਂ ਨੇ, ਇਹ ਜਿਹੜਾ ਪੈਂਡੇਮਿਕ ਆਇਆ, ਉਸ ਦੇ ਦੌਰਾਨ ਉਹਨਾਂ ਨੇ ਇੱਕ ਇੰਟਰਸਟਿੰਗ ਮੋੜ ਲਿਆ ਅਤੇ ਉਹਨਾਂ ਨੇ ਕੁਛ ਬੁੱਕਸ ਜਿਹੜੀਆਂ ਨੇ ਉਹ ਪੜ੍ਹੀਆਂ ਅਤੇ ਇੱਕ ਬੁੱਕ ਦਾ ਰਿਵਿਊ ਵੀ ਕੀਤਾ। ਅਤੇ ਇੱਕ ਗੱਲਬਾਤ ਦੇ ਵਿੱਚ ਨਿਕਲ ਕੇ ਆਇਆ ਕਿ ਉਹ ਉਹਨੂੰ ਬੜਾ ਸੀਰੀਅਸ ਤਰੀਕੇ ਦੇ ਨਾਲ, ਬੜੇ ਇੰਟਲੈਕਚੁਅਲੀ ਉਸ ਚੀਜ਼ ਨੂੰ ਅੱਗੇ ਤੱਕ ਲੈ ਕੇ ਗਏ। ਮੈਨੂੰ ਲੱਗਿਆ ਕਿ ਉਹ ਇੱਕ ਇੰਟਰਸਟਿੰਗ ਚੀਜ਼ ਹੈ, ਕਿਉਂਕਿ ਕਰੋਨਾ ਤੋਂ ਹਰ ਕੋਈ ਡਰਿਆ ਹੋਇਆ ਹੈ। ਹਰ ਇੱਕ ਦੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕਰੋਨਾ ਹੈ ਕੀ ਚੀਜ਼ ਹੈ। ਕਿਉਂਕਿ ਜੇ ਅਮਰੀਕਾ ਦੀ ਗੱਲ ਕਰੀਏ ਉੱਥੇ ਕਰੋਨਾ ਦੀ ਗੱਲ ਹੁੰਦੀ ਹੈ, ਕੈਨੇਡਾ ਦੀ ਗੱਲ ਕਰੀਏ ਕਰੋਨਾ ਦੀ ਗੱਲ ਹੁੰਦੀ ਹੈ, ਜੇ ਆਸਟ੍ਰੇਲੀਆ ਦੀ ਗੱਲ ਕਰੀਏ ਕਰੋਨਾ ਦੀ ਗੱਲ ਹੁੰਦੀ ਹੈ, ਜੇ ਇੰਡੀਆ ਦੀ ਗੱਲ ਕਰੀਏ ਸਿਰਫ ਕਰੋਨਾ ਅਤੇ ਸਿਰਫ ਕਰੋਨਾ ਦੀ ਗੱਲ ਹੁੰਦੀ ਹੈ। ਉਸ ਸਭ ਦੇ ਵਿੱਚ ਉਹਨਾਂ ਨੇ ਬੁੱਕ ਦਾ ਇੱਕ ਦਾ ਰਿਵਿਊ ਕੀਤਾ, ਪਲੇਗ ਆਫ ਕਰਪਸ਼ਨ ਜਿਹੜੀ ਇੱਕ ਬੁੱਕ ਹੈਗੀ ਹੈ। ਪਿਛਲੇ ਹਫ਼ਤੇ ਮੈਨੂੰ ਉਹ ਦੱਸ ਰਹੇ ਸੀ ਵੀ ਉਹਨਾਂ ਦਾ ਅਸੀਂ ਕੁਛ ਰਿਵਿਊ ਕੀਤਾ ਅਤੇ ਇੱਕ ਸੈਮੀਨਾਰ ਕੀਤਾ ਅਤੇ ਲੋਕਾਂ ਤੱਕ ਆਪਣੀ ਗੱਲ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਇੰਟਰਸਟਿੰਗ ਬੁੱਕ ਪੜ੍ਹੀ ਜਿਹੜੀ ਕਿਤੇ ਨਾ ਕਿਤੇ ਕੋਰੀਲੇਟ ਕਰਦੀ ਹੈ, ਔਰ ਕਿਵੇਂ ਕਰਦੀ ਹੈ ਉਹ ਤਾਂ ਬੈਂਸ ਸਾਹਿਬ ਖੁਦ ਦੱਸਣਗੇ, ਪਰ ਮੈਂ ਸਿਰਫ ਬੁੱਕ ਦਾ ਨਾਮ ਦੱਸਦੀ ਹਾਂ ਤੁਹਾਨੂੰ, ਬਾਕੀ ਡਿਟੇਲਸ ਉਹ ਖੁਦ ਦੱਸਣਗੇ। ਦ ਸੀਕ੍ਰੇਟ ਹਿਸਟਰੀ ਆਫ ਲਿਵ ਡਿਜ਼ੀਜ਼ਿਜ਼ ਐਂਡ ਬਾਇਓਲੋਜੀਕਲ ਵੈਪਨਸ। ਇਹ ਦੋ ਜਿਹੜੀਆਂ ਬੁੱਕਸ ਨੇ ਉਹਨਾਂ ਨੇ ਪੜ੍ਹੀਆਂ, ਔਰ ਇਹ
ਕਿਤੇ ਨਾ ਕਿਤੇ ਜਾ ਕੇ ਵਾਇਰਸਿਸ ਨੂੰ ਬੈਕਟੀਰੀਆਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਤੱਕ ਉਸ ਚੀਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਇੰਟੈਲੈਕਚੁਅਲ ਐਡਵੋਕੇਟ ਨੇ ਤੇ ਅਦਰਵਾਈਜ਼ ਵੀ ਬਹੁਤ ਹੀ ਇੰਟੈਲੈਕਚੁਅਲ ਬੰਦੇ ਨੇ। ਮੈਨੂੰ ਇਹ ਵੀ ਪਤਾ ਹੈ ਕਿ ਉਹਨਾਂ ਦੇ ਪਿਛੋਕੜ 'ਚ ਕਿਤੇ ਨਾ ਕਿਤੇ ਇੰਜੀਨੀਅਰਿੰਗ ਹੈਗੀ ਹੈ ਤੇ ਬੈਕਟੀਰੀਆਜ਼ ਐਂਡ ਵਾਇਰਸਿਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਇੰਜੀਨੀਅਰਿੰਗ ਦਾ ਵੀ ਕੰਮ ਕਰਦੇ ਨੇ। ਉਹਨਾਂ ਨਾਲ ਗੱਲਬਾਤ ਕਰਾਉਣੀ ਆ ਮੈਂ ਤੇ ਉਹਨਾਂ ਤੋਂ ਹੀ ਪੁੱਛਦੇ ਹਾਂ ਵੀ ਉਹਨਾਂ ਨੇ ਇਹਨਾਂ ਬੁੱਕਸ ਦੇ ਵਿੱਚੋਂ ਕੀ ਕੱਢਿਆ ਤੇ ਸਾਨੂੰ ਉਹ ਕੀ ਦੱਸਣਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੈਂਸ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ। ਬੈਂਸ ਸਾਹਿਬ, ਇਹ 2 ਬੁੱਕਸ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਹੱਥ 'ਚ ਪਕੜੋ ਕਿਉਂਕਿ ਤੁਸੀਂ ਇਹਨਾਂ 'ਤੇ ਬਹੁਤ ਜ਼ਿਆਦਾ ਘੋਖ ਪੜਤਾਲ ਕੀਤੀ, ਪੜ੍ਹੇ ਤੁਸੀਂ ਇਹਨਾਂ ਨੂੰ ਔਰ ਇਹਨਾਂ 'ਚ ਬਹੁਤ ਕੁਝ ਤੁਸੀਂ ਮੈਨੂੰ ਦੱਸ ਰਹੇ ਸੀਗੇ। ਅਸਲ 'ਚ ਬੁੱਕਸ ਤੁਸੀਂ ਕਿਉਂ ਪੜ੍ਹੀਆਂ, ਹੈ ਕੀ ਇਹਨਾਂ ਦੇ ਵਿੱਚ? ਦੇਖੋ, ਜਦੋਂ ਕੰਪਲੀਟ ਦੁਨੀਆ ਨੂੰ ਲਾਕਡਾਊਨ ਕਰ ਦਿੱਤਾ ਗਿਆ ਇਸ ਬਹਾਨੇ ਕਿ ਇੱਕ ਬਹੁਤ ਵੱਡੀ ਮਹਾਮਾਰੀ ਦੁਨੀਆ 'ਤੇ ਆ ਗਈ ਹੈ। ਇਹ ਮਹਾਮਾਰੀ ਅਚਾਨਕ ਆ ਗਈ ਔਰ ਸਰਕਾਰ ਆਫਟਰ ਸਰਕਾਰ ਨੇ ਲੋਕਾਂ ਦੇ ਸਾਰੇ ਹੱਕ ਖੋਹ ਲਏ। ਤੁਹਾਡਾ ਹੱਕ ਬਾਹਰ ਜਾਣ ਦਾ, ਤੁਹਾਡਾ ਹੱਕ ਚੰਗੀ ਤਰ੍ਹਾਂ ਸਾਹ ਲੈਣ ਦਾ, ਤੁਹਾਡਾ ਹੱਕ ਇੱਕ ਦੂਜੇ ਨੂੰ ਮਿਲਣ ਦਾ, ਤੁਹਾਡਾ ਹੱਕ ਰੈਸਟੋਰੈਂਟ ਜਾਣ ਦਾ, ਸਪੋਰਟਸ ਐਕਟੀਵਿਟੀ ਦਾ, ਧਾਰਮਿਕ ਹੱਕ ਤੁਹਾਡਾ ਗੁਰਦੁਆਰਾ ਜਾਣ ਦਾ, ਮਸਜਿਦ ਜਾਣ ਦਾ, ਸਾਰੇ ਹੱਕ ਲੈ ਲਏ। ਔਰ ਇਸ ਡਰ ਥੱਲੇ ਕਿ ਅਸੀਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ, ਇਸ ਕਰਕੇ ਅਸੀਂ ਤੁਹਾਨੂੰ ਤੰਗ ਕਰ ਰਹੇ ਹਾਂ, ਇਸ ਕਰਕੇ ਤੁਹਾਨੂੰ ਅਸੀਂ ਗਰੀਬ ਕਰ ਰਹੇ ਹਾਂ, ਇਸ ਕਰਕੇ ਤੁਹਾਡੇ ਕਮਾਈ ਦੇ ਸਾਧਨ ਖਤਮ ਕਰ ਰਹੇ ਹਾਂ। ਚਾਹੇ ਤੁਸੀਂ ਭੁੱਖ ਨਾਲ ਮਰ ਜਾਓ, ਚਾਹੇ ਤੁਸੀਂ ਕਿਸੇ ਹੋਰ ਬਿਮਾਰੀ ਨਾਲ ਮਰ ਜਾਓ, ਪਰ ਤੁਹਾਨੂੰ ਅਸੀਂ ਇਸ ਬਿਮਾਰੀ ਨਾਲ ਮਰਨ ਨਹੀਂ ਦੇਣਾ। ਇਹ ਮੈਨੂੰ ਬੜਾ ਅਜੀਬ ਲੱਗਾ ਕਿਉਂਕਿ ਤੁਸੀਂ PGI ਬੰਦ ਕਰਤੇ, ਸਾਰੇ ਹਸਪਤਾਲ ਬੰਦ ਕਰਤੇ, ਉਹਨਾਂ ਦੀ OPDs ਬੰਦ ਕਰਤੀਆਂ। ਸਾਡੇ ਮੁਲਕ ਵਿੱਚ ਹਰ ਰੋਜ਼ ਘੱਟੋ ਘੱਟ 1000 ਤੋਂ 1200 ਬੰਦੇ TB ਨਾਲ ਮਰਦੇ ਪਹਿਲਾਂ ਵੀ ਸੀ, ਅੱਜ ਵੀ ਮਰ ਰਹੇ ਨੇ, ਮਗਰ ਉਹ ਕਿਸੇ ਨੂੰ ਦੱਸਿਆ ਨਹੀਂ ਜਾ ਰਿਹਾ। ਸਾਡੇ ਮੁਲਕ ਵਿੱਚ ਹਰ ਰੋਜ਼ ਘੱਟੋ ਘੱਟ 700-800 ਬੱਚੇ ਔਰ ਬੰਦੇ ਭੁੱਖ ਨਾਲ ਮਰ ਜਾਂਦੇ ਨੇ। ਸਾਡੇ ਮੁਲਕ ਵਿੱਚ ਹੋਰ ਬੜੀਆਂ ਬਿਮਾਰੀਆਂ ਨੇ ਜਿਹੜੇ ਬੱਚਿਆਂ ਦੀਆਂ ਛੋਟੀਆਂ ਡਾਇਰੀਆ ਹੈਗੀਆਂ, ਉਹ ਉਸ ਨਾਲ ਮਰ ਜਾਂਦੇ ਨੇ, ਮਗਰ ਉਹਦੀ ਕੋਈ ਕਾਊਂਟਿੰਗ ਨਹੀਂ ਕਰ ਰਹੇ, ਉਹਦੀ ਕੋਈ ਅਖਬਾਰਾਂ ਵਿੱਚ ਖਬਰ ਨਹੀਂ ਆ ਰਹੀ ਕਿ ਅੱਜ ਜੇ ਤੁਸੀਂ ਦੇਖਿਆ ਜਾਵੇ ਕੋਵਿਡ ਨਾਲ ਤਾਂ ਬਹੁਤ ਥੋੜ੍ਹੇ ਬੰਦੇ ਮਰੇ ਹੈ, ਕਰੋਨਾ ਨਾਲ ਬਹੁਤ ਥੋੜ੍ਹੇ ਬੰਦੇ ਮਰੇ ਆ, ਮਗਰ ਇੰਨਾ ਰੌਲਾ ਹੋ ਗਿਆ ਕਿ ਸਾਰੇ ਮੁਲਕ ਦੀ ਜਿਹੜੀ ਸਾਰੇ ਹੀ ਹੱਕ ਜਿਹੜੇ ਸੰਵਿਧਾਨ ਨੇ ਤੇ ਸਾਡੇ ਤੋਂ ਖੋਹ ਲਿੱਤੇ ਗਏ ਇਸ ਬਹਾਨੇ ਕਿ ਨਹੀਂ ਤਾਂ ਤੁਸੀਂ ਮਰ ਜਾਓਗੇ। ਔਰ ਦੁਨੀਆ ਭਰ ਵਿੱਚ ਹੁਣ ਇਹ ਸਾਬਤ ਹੋ ਚੁੱਕਾ ਹੈ ਕਿ ਉਨੇ ਹੀ ਬੰਦੇ ਮਰ ਰਹੇ ਜੋ ਆਮ ਮਰ ਰਹੇ ਨੇ। ਸਿਰਫ ਹਰ ਬੰਦੇ ਦੀ ਉਹਨੂੰ ਕਰੋਨਾ ਦੇ ਨਾਮ 'ਤੇ ਕਹਿ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ। ਅਸਲੀ ਜਿਹੜੀ ਮਹਾਮਾਰੀ ਤਾਂ ਡਰ ਪੈਦਾ ਕਰਤਾ ਕਿ ਤੁਸੀਂ ਆਪਣੇ ਘਰਾਂ 'ਚ ਬੰਦ ਹੋ ਗਏ, ਤੁਸੀਂ ਕੰਮ ਕਰਨਾ ਬੰਦ ਕਰਤਾ, ਚਾਹੇ ਤੁਸੀਂ ਘਰ 'ਚ ਬੈਠੇ ਹੋਰ ਕਿਸੇ ਬਿਮਾਰੀ ਨਾਲ ਮਰ ਜਾਓ, ਤੁਹਾਡੇ ਲਈ ਕੋਈ ਹਸਪਤਾਲ ਨਹੀਂ ਹੈ, ਤੁਹਾਡੇ ਲਈ ਕੋਈ ਰਾਹ ਨਹੀਂ ਹੈਗਾ। ਔਰ ਇੱਕ ਨਵਾਂ ਢੰਗ ਮਿਲ ਗਿਆ ਲੋਕਾਂ ਨੂੰ ਲੁੱਟਣ ਦਾ ਵੀ ਔਰ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਨ ਦਾ ਵੀ। ਤੁਹਾਡਾ ਸਾਰਾ ਜਿਹੜਾ ਲੋਕਤੰਤਰ 'ਚ ਹੱਕ ਹੁੰਦਾ, ਤੁਹਾਡਾ ਪ੍ਰੋਟੈਸਟ ਕਰਨ ਦਾ, ਤੁਹਾਡਾ ਇਕੱਠੇ ਹੋਣ ਦਾ, ਸਰਕਾਰ ਨੂੰ ਪਟੀਸ਼ਨ ਕਰਨ ਦਾ, ਸਰਕਾਰ ਔਰ ਬਾਕੀ ਆਰਗਨਸ ਜਿਹੜੇ ਹੈਗੇ ਸਟੇਟ ਦੇ ਜਿੱਦਾਂ ਜੁਡੀਸ਼ਰੀ ਥੱਲੇ ਕੋਰਟਾਂ ਨੇ ਕੰਮ ਬੰਦ ਕਰਤਾ, ਹਾਈ ਕੋਰਟ ਨੇ ਕੰਮ ਬੰਦ ਕਰਤਾ, ਸੁਪਰੀਮ ਕੋਰਟ ਨੇ ਵੀ ਸਿਰਫ ਵਰਚੁਅਲ ਹੀਅਰਿੰਗ ਸ਼ੁਰੂ ਕਰਤੀ ਜਿਹੜੀ ਕਿ ਘੱਟੋ ਘੱਟ 10% ਹੀ ਕੇਸ ਸੁਣੇ ਜਾਂਦੇ ਨੇ, 90% ਕੇਸਾਂ ਵਿੱਚ ਤਰੀਕਾਂ ਪੈ ਰਹੀਆਂ। ਇਸੇ ਤਰ੍ਹਾਂ ਬਾਕੀ ਹਾਈ ਕੋਰਟਾਂ ਵਿੱਚ ਹੈ। ਇਹ ਕੀ ਐਸੀ ਚੀਜ਼ ਹੈ? ਉਸ ਕਿਉਰਿਓਸਿਟੀ ਨਾਲ ਮੈਂ ਚਾਹੁੰਦਾ ਸੀ ਕਿ ਜਾਣਨਾ ਕਿ ਆਫਟਰ ਆਲ ਕਰੋਨਾ ਬਿਮਾਰੀ ਕੀ ਹੈ ਔਰ ਇਹ ਕਿਉਂ ਹੋ ਰਿਹਾ ਹੈ, ਕਿਉਂਕਿ ਕਦੀ ਪਹਿਲਾਂ ਹੋਇਆ ਨਹੀਂ। 10,000 ਸਾਲ ਦੀ ਜਿਹੜੀ ਰਿਕਾਰਡਡ ਹਿਸਟਰੀ ਹੈ ਮਹਾਭਾਰਤ ਤੋਂ ਲੈ ਕੇ ਹਾਲੇ ਤੱਕ ਕਦੀ ਦੁਨੀਆ ਨੂੰ ਇਸ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਸੀ। ਔਰ ਕਿਸੇ ਬਿਮਾਰੀ ਤੋਂ ਡਰ ਕੇ ਸਾਡਾ ਧਰਮ ਸਿਖਾ ਰਿਹਾ ਕਿ ਤੁਸੀਂ ਨਿਡਰ ਰਹੋ। ਡਰਨ ਦਾ ਤਾਂ ਮਤਲਬ ਹੀ ਨਹੀਂ ਹੈ। ਹੈਲਦੀ ਬੰਦੇ ਨੂੰ ਡਰਨ ਦਾ ਕੋਈ ਮਤਲਬ ਨਹੀਂ ਹੁੰਦਾ, ਚਾਹੇ ਬਿਮਾਰੀ ਹੋਵੇ, ਚਾਹੇ ਦੁਸ਼ਮਣ ਹੋਵੇ, ਚਾਹੇ ਕੋਈ ਚੀਜ਼ ਹੋਰ ਹੋਵੇ। ਜਦੋਂ ਤੁਸੀਂ ਸਾਰਾ ਸਿੱਖਦੇ ਹੋ, ਸਾਰਾ ਉਹਦਾ ਪਾਠ ਕਰਦੇ ਹੋ ਕਿ ਨਿਡਰ ਰਹੋ, ਨਿਰਭੀਕ ਰਹੋ, ਉਸ ਵੇਲੇ ਸਾਰਾ ਜਿਹੜਾ ਇਨਫੋਰਮੇਸ਼ਨ ਸਰਕਾਰ ਕਹਿ ਰਹੀ ਹੈ ਕਿ ਡਰੋ ਡਰੋ ਡਰੋ, ਤੁਸੀਂ ਕਹਿੰਦੇ ਆ ਬਾਹਰ ਜਾਓ, ਤੁਹਾਡੇ ਹੱਕਾਂ ਦੀ ਰੱਖਿਆ ਲਈ ਤੁਸੀਂ ਸੜਕ 'ਤੇ ਆਓ, ਸਟਰੀਟ 'ਤੇ ਆਓ। ਅੱਜ ਕਹਿ ਰਹੇ ਅੰਦਰ ਵੜ ਜਾਓ, ਚੂਹੇ ਬਣ ਜਾਓ, ਜਾਨਵਰ ਬਣ ਜਾਓ, ਮੱਖੀ ਬਣ ਜਾਓ, ਖਟਮਲ ਬਣ ਜਾਓ। ਇਹ ਸਾਰੀ ਕੰਟਰਾਡਿਕਸ਼ਨ ਨੂੰ ਸਡਨਲੀ ਜਿਹੜਾ ਮੌਕਾ ਮਿਲਿਆ ਤਾਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ। ਔਰ ਇਹ ਜੋ 2 ਖੂਬਸੂਰਤ ਬੁੱਕਸ ਹੈ ਇਹ ਬੜੀ ਚੰਗੀ ਇਨਸਾਈਟ ਦਿੰਦੀਆਂ। ਆਦਮੀ ਕੋਲ ਕਦੋਂ ਐਬਿਲਿਟੀ ਆਈ ਬੈਕਟੀਰੀਆ ਦੇਖਣ ਦੀ ਔਰ ਕਦੋਂ ਐਬਿਲਿਟੀ ਆਈ ਵਾਇਰਸ ਦੇਖਣ ਦੀ। ਮੈਂ ਇੱਕ ਛੋਟੀ ਜਿਹੀ ਗੱਲ ਜ਼ਰੂਰ ਪੁੱਛਣਾ ਚਾਹਾਂਗੀ, ਤੁਸੀਂ ਆਪਣੀ ਗੱਲ ਇੱਥੋਂ ਕਰਨਾ। ਇਹ ਬੁੱਕਸ ਦੇ ਸ਼ੁਰੂਆਤ ਦੇ ਵਿੱਚ ਹੀ ਬਾਇਓਲੋਜੀਕਲ ਵੈਪਨ ਇੱਕ ਵਰਡ ਯੂਜ਼ ਕੀਤਾ ਗਿਆ, ਉਹਦੇ 'ਚ ਕਰਪਸ਼ਨ, plague and corruption. Plague somewhere correlates and very near to the disease, and corruption is that's the biggest disease you can say, and rooted ਬਹੁਤ ਹੈਗੀ ਹੈ। ਤੇ ਉਤੋਂ ਬਾਇਓਲੋਜੀਕਲ ਵੈਪਨ ਵਰਡ ਯੂਜ਼ ਕੀਤਾ ਗਿਆ ਕਿਉਂਕਿ ਤੁਸੀਂ ਵਕੀਲ ਵੀ ਹੋ, ਨਾਲ ਤੁਸੀਂ ਇੰਟੈਲੈਕਚੁਅਲ ਵੀ ਹੋ, ਤੁਸੀਂ ਇਹਨੂੰ ਬਹੁਤ ਦੂਸਰੇ ਤਰੀਕੇ ਨਾਲ ਵੀ ਦੇਖਿਆ ਹੈ ਔਰ ਪੂਰੀਆਂ ਬੁੱਕਸ ਪੜ੍ਹੀਆਂ ਨੇ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ, ਪਰ ਇਹ ਜਿਹੜੇ 2-3 ਚੀਜ਼ਾਂ ਨੇ ਜਾਂ 2-3 ਲਫ਼ਜ਼ ਨੇ ਇਹ ਮੈਨੂੰ ਬਾਰ-ਬਾਰ ਹੌਂਟ ਕਰ ਰਹੇ ਹੈ। ਦੇਖੋ, ਸਰਪ੍ਰਾਈਜ਼ਿੰਗਲੀ ਇਹ ਬਿਟਨ
उस लड़की ने लिखी है जर्नलिस्ट ने ਜਿਹਨੂੰ ਇਹ ਬਿਮਾਰੀ ਹੋ ਗਈ ਸੀ ਇਹਨੂੰ ਲਿਮ ਡਿਜ਼ੀਜ਼ ਕਹਿੰਦੇ ਆ। ਜਿਹੜੀ ਕਿਤਾਬ ਬਿਟਨ ਹੈ ਉਸ ਜਿਸ ਲੜਕੀ ਨੇ ਲਿਖੀ ਹੈ, ਜਿਸ ਇਨਵੈਸਟੀਗੇਟਿੰਗ ਜਰਨਲਿਸਟ ਨੇ ਲਿਖੀ ਹੈ, ਉਹਨੂੰ ਇਹ ਬਿਮਾਰੀ ਆਪ ਵੀ ਹੋਈ ਸੀ। ਇਸ ਬਿਮਾਰੀ ਨੂੰ ਲਾਈਮ ਡਿਜ਼ੀਜ਼ ਕਹਿੰਦੇ ਨੇ। ਹਰ ਸਾਲ ਅਮਰੀਕਾ ਦੇ ਵਿੱਚ ਪਿਛਲੇ 30 ਸਾਲਾਂ ਤੋਂ 4 ਲੱਖ ਬੰਦਿਆਂ ਨੂੰ ਬਿਮਾਰੀ ਹੁੰਦੀ ਹੈ। ਇਹ ਬਿਮਾਰੀ ਨੂੰ ਕਈ ਸਾਲ 4-5 ਸਾਲ ਲੱਗ ਜਾਂਦੇ ਨੇ। ਤੁਸੀਂ ਕੁਝ ਕੰਮ ਨਹੀਂ ਕਰ ਸਕਦੇ, ਥਕਾਵਟ ਹੁੰਦੀ ਹੈ, ਅਤੇ ਬੜੇ ਅਜੀਬ ਜਿਹੇ ਸਿੰਪਟਮ ਹੈ। ਔਰ ਸਰਕਾਰ ਇਹਨੂੰ ਇਕਨੋਲੇਜ ਨਹੀਂ ਕਰਦੀ, ਇਹਦਾ ਕੋਈ ਵੱਡਾ ਚੰਗਾ ਤਰ੍ਹਾਂ ਤਰੀਕਾ ਨਹੀਂ ਲੱਭਦੀ। ਔਰ ਉਹਨੂੰ ਬੜੀ ਹੈਰਾਨੀ ਹੋਈ, ਉਹਦੀ ਮਾਂ ਨੂੰ ਵੀ ਇਹ ਬਿਮਾਰੀ ਹੋਈ ਸੀ। ਉਹ ਜਦੋਂ ਟਰੈਕਿੰਗ 'ਤੇ ਗਈ, ਕੈਂਪਿੰਗ 'ਤੇ ਗਈ, ਤਾਂ ਉਹਨੇ ਇੱਕ ਛੋਟੀ ਜਿਹੀ ਕੀੜੇ ਨੇ ਕੱਟਿਆ ਸੀ, ਸਿਰਫ ਇੰਨੀ ਗੱਲ ਸੀ। ਤਾਂ ਉਸ ਤੋਂ ਬਾਅਦ ਬਿਮਾਰ ਹੋ ਗਈ। ਇਸੇ ਤਰ੍ਹਾਂ ਉਹਦੀ ਮਾਂ ਵੀ ਇਸੇ ਤਰ੍ਹਾਂ ਕਿਸੇ ਕੈਂਪਿੰਗ 'ਤੇ ਗਏ ਸੀ, ਕਿਸੇ ਜੰਗਲ ਵਿੱਚ ਗਏ ਸੀ ਟਰੈਕਿੰਗ ਕਰਦੀ, ਉਹ ਵੀ ਬਿਮਾਰ ਹੋ ਗਈ। ਉਸ ਤੋਂ ਇਹਦੀ ਕਿਉਰਿਓਸਿਟੀ ਸ਼ੁਰੂ ਹੋਈ, ਤਾਂ ਉਹਨੇ ਆਪਣੀ ਪੂਰੀ ਜ਼ਿੰਦਗੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਫਟਰ ਆਲ ਜਿਹੜਾ ਛੋਟਾ ਜਿਹਾ ਕੀੜਾ ਸੀ, ਜੰਗਲ ਦੇ ਟਿਕ ਸੀ ਜਾਂ ਖਟਮਲ ਸੀ, ਉਹਦੇ 'ਚ ਐਸੀ ਕੀ ਚੀਜ਼ ਸੀ ਜਿਹੜੀ ਕਿ ਐਡੀ ਲੰਬੀ ਬਿਮਾਰੀ ਪੈਦਾ ਕਰ ਰਹੀ ਔਰ ਐਡੀ ਵੱਡੀ ਸਾਇੰਟੀਫਿਕ ਇਸਟੈਬਲਿਸ਼ਮੈਂਟ USA ਦੀ ਇਸ ਬਿਮਾਰੀ ਦਾ ਇਲਾਜ ਨਹੀਂ ਲੱਭ ਸਕਦੀ। ਉਹਦੀ ਰਿਸਰਚ ਡੀਲ ਕੀਤਾ ਕਿ ਉਸ ਵੇਲੇ ਬਾਇਓਲੋਜੀਕਲ ਵਾਰ ਦਾ ਬੜਾ ਡਰ ਸੀ, ਕੋਲਡ ਵਾਰ ਦਾ ਸਮਾਂ ਸੀ। ਅਮਰੀਕਾ ਔਰ ਰਸ਼ੀਆ ਦੋਨੋਂ ਇੱਕ ਦੂਜੇ ਦੇ ਖਿਲਾਫ ਨਵੇਂ ਤਰੀਕੇ ਦੇ ਹਥਿਆਰ ਬਣਾ ਰਹੇ ਸੀ। ਉਦੋਂ ਅਮਰੀਕਾ ਦੇ ਕੁਝ ਮਿਲਟਰੀ ਨੇ ਕੁਝ ਪ੍ਰੋਜੈਕਟ ਬਣਾਉਣੇ ਸ਼ੁਰੂ ਕੀਤੇ, ਕੁਝ ਸਾਇੰਟੀਫਿਕ ਐਕਸਪੈਰੀਮੈਂਟ ਕੀਤੇ ਕਿ ਉਹਨਾਂ ਨੇ ਜਿਹੜੇ ਛੋਟੇ ਜਾਨਵਰ ਹੈ ਸਾਰੀ ਦੁਨੀਆ ਤੋਂ ਇਕੱਠੇ ਕੀਤੇ। ਉਹਨਾਂ ਦੇ ਵਿੱਚ ਉਹੋ ਜਿਹੇ ਬੈਕਟੀਰੀਆ ਪਾਉਣੇ ਸ਼ੁਰੂ ਕੀਤੇ ਜਿੱਦਾਂ ਬਿਮਾਰੀ ਹੋਵੇ। ਉਹਨਾਂ ਨੇ ਡਿਫਰੈਂਟ ਤਰ੍ਹਾਂ ਦੇ ਬੈਕਟੀਰੀਆ, ਡਿਫਰੈਂਟ ਤਰ੍ਹਾਂ ਦੇ ਜਾਨਵਰਾਂ ਵਿੱਚ ਇੱਕ ਦੂਜੇ ਤੋਂ ਕੱਢ ਕੇ ਪਾਉਣੇ ਸ਼ੁਰੂ ਕਰਤੇ। ਅਲਟੀਮੇਟਲੀ ਫਿਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ, ਉਹ ਟਿਕ ਛੱਡੇ ਗਏ, ਉਹ ਜਗ੍ਹਾ 'ਤੇ ਛੱਡੇ ਗਏ। ਉਹਨਾਂ ਨੇ ਸੋਚਿਆ ਸੀ ਕਿ ਥੋੜ੍ਹੇ ਸਾਲਾਂ ਬਾਅਦ ਆਪਣੇ ਆਪ ਮਰ ਜਾਣਗੇ, ਬਟ ਉਹ ਜਿਹੜੇ ਛੱਡੇ ਗਏ ਉਹ ਹਰ ਸਾਲ ਹੀ ਉਨੀ ਬਿਮਾਰੀ ਪੈਦਾ ਕਰਦੇ ਨੇ। ਜੇ ਤਾਂ ਉਹ ਇਮਾਨਦਾਰੀ ਨਾਲ ਦੱਸ ਦਿੰਦੇ, ਲੋਕ ਉਸ ਜਗ੍ਹਾ 'ਤੇ ਜਾਣਾ ਬੰਦ ਕਰ ਦਿੰਦੇ, ਉੱਥੇ ਰਹਿਣਾ ਬੰਦ ਕਰ ਦਿੰਦੇ। ਕਿਉਂਕਿ ਇਹ ਮਿਲਟਰੀ ਐਕਸਪੈਰੀਮੈਂਟ ਸੀ, ਇਸ ਕਰਕੇ ਉਹਨਾਂ ਨੇ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਸ ਲੜਕੀ ਨੇ ਜਿੱਥੇ ਤੇ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਸਾਇੰਟਿਸਟ ਨੂੰ, ਜਿਹਨੇ ਸਾਇੰਟਿਸਟ ਨੇ ਮਰਦੇ ਦਮ ਤੱਕ ਥੋੜ੍ਹਾ ਜਿਹਾ ਐਡਮਿਟ ਕੀਤਾ ਕਿ ਹਾਂ ਇਹ ਵੈਪਨਾਈਜੇਸ਼ਨ ਪ੍ਰੋਗਰਾਮ ਸੀ, ਪਰ ਪੂਰੀ ਗੱਲ ਉਹਨੇ ਵੀ ਨਹੀਂ ਦੱਸੀ। ਇਸ ਕਰਕੇ ਉਹਦੀ ਸਾਰੀ ਰਿਸਰਚ ਕਹਿੰਦੀ ਹੈ ਕਿ ਇਹ ਜਦੋਂ ਬੈਕਟੀਰੀਆ ਦੇਖਣ ਦੀ ਸਾਡੀ ਸ਼ਮਤਾ ਸੀ, ਉਦੋਂ ਅਸੀਂ ਬੈਕਟੀਰੀਆ ਨੂੰ ਇੱਕ ਦੁਸ਼ਮਣ 'ਤੇ ਅਟੈਕ ਕਰਨ ਲਈ ਇੱਕ ਹਥਿਆਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਬਿਮਾਰੀ ਉਹਦਾ ਬਾਈ ਪ੍ਰੋਡਕਟ ਹੈ, ਚਾਹੇ ਉਹਨਾਂ ਨੇ ਐਕਸੀਡੈਂਟਲੀ ਲੀਕ ਹੋਇਆ ਟਿਕ ਛੱਡੇ, ਜਾਂ ਉਹਨਾਂ ਨੇ ਡਿਜ਼ਾਈਨ ਨਾ ਕੀਤਾ, ਜਾਂ ਉਹਨਾਂ ਨੇ ਐਕਸਪੈਰੀਮੈਂਟ ਕੀਤਾ, ਜਾਂ ਕਿਸੇ ਦੁਸ਼ਮਣ ਨੇਸ਼ਨ ਨੇ ਛੱਡਤਾ। ਮਗਰ ਇਹ ਜਾਂ ਆਪਾਂ ਉਸ ਹਾਲਾਤ 'ਤੇ ਪਹੁੰਚ ਗਏ ਕਿ ਜਿਹੜੇ ਦੇਸ਼ ਹੈ ਜਾਨਵਰਾਂ ਨੂੰ ਵੀ ਵੈਪਨਾਈਜ਼ ਕਰ ਰਹੇ ਨੇ, ਜਾਨਵਰਾਂ ਨੂੰ ਵੀ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਨੇ। ਔਰ ਬਾਇਓਲੋਜੀ ਵਿੱਚ ਜਦੋਂ ਨੇਚਰ ਨੂੰ ਤੁਸੀਂ ਇੱਦਾਂ ਟਿੰਕਰ ਕਰਦੇ ਹੋ ਤਾਂ ਤੁਹਾਡਾ ਕੋਈ ਤਰੀਕਾ ਨਹੀਂ ਕਿ ਤੁਸੀਂ ਕੰਟਰੋਲ ਕਰ ਸਕੋ। ਇੱਕ ਵਾਰੀ ਤੁਸੀਂ ਕੋਈ ਚੀਜ਼ ਬਿਮਾਰੀ ਛੱਡ ਦਿਓ, ਫਿਰ ਬਿਮਾਰੀ ਆਪਣਾ ਹੀ ਰੂਪ ਲੈ ਲੈਂਦੀ ਹੈ ਔਰ ਚੱਲਦੀ ਰਹਿੰਦੀ ਹੈ। ਔਰ ਲਿੰਪ ਡਿਜ਼ੀਜ਼ ਇਹ ਗੱਲ ਦਾ ਸਬੂਤ ਹੈ ਕਿ 30 ਸਾਲ ਤੋਂ ਬਾਅਦ ਵੀ ਇਹ ਸਟਾਰਟ ਹੋਏ ਸੀ 70-75 ਦੇ ਵਿੱਚ, ਇਹ ਬਿਮਾਰੀਆਂ ਲੋਕੀ ਆਉਣੇ ਸ਼ੁਰੂ ਹੋ ਗਏ। ਹੁਣ ਦੇਖੋ 40-50 ਸਾਲ ਹੋ ਗਏ ਨੇ, ਉਸ ਦੇ ਬਾਵਜੂਦ ਵੀ ਬਿਮਾਰੀ ਖਤਮ ਨਹੀਂ ਹੋਈ। ਹਰ ਸਾਲ 4 ਲੱਖ ਅਮਰੀਕਨ ਇਸ ਬਿਮਾਰੀ ਤੋਂ ਬਿਮਾਰ ਹੁੰਦੇ ਨੇ। ਉਹਨਾਂ ਨੂੰ 2 ਮਹੀਨੇ ਲੱਗਦੇ ਨੇ, ਕਿਸੇ ਨੂੰ 6 ਸਾਲ ਲੱਗਦੇ ਨੇ, ਕਿਸੇ ਨੂੰ ਸਾਰੀ ਉਮਰ ਹੀ ਠੀਕ ਨਹੀਂ ਹੁੰਦੇ। ਔਰ ਉਹਦੇ ਸਿੰਪਟਮ ਇਹੋ ਜਿਹੇ ਨੇ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਇੱਕ ਤਰ੍ਹਾਂ ਦੇ ਅਪਾਹਿਜ ਬਣ ਜਾਂਦੇ ਹੋ। ਕਿੰਨਾ ਵੱਡਾ ਕਾਸਟ ਇੱਕ ਮੁਲਕ ਕਰ ਰਿਹਾ ਹੈ ਇੱਦਾਂ ਦੇ ਐਕਸਪੈਰੀਮੈਂਟ ਦੇ, ਬਟ ਸਾਡੀ ਇਸਟੈਬਲਿਸ਼ਮੈਂਟ ਜਾਂ ਜਿਹੜੇ ਚਲਾਉਂਦੇ ਆ ਦੇਸ਼ ਨੂੰ, ਉਹ ਫਿਰ ਵੀ ਇਸ ਗੱਲ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਨੇ। ਇਹ USA ਦੀ ਗੱਲ ਹੈ ਜਿਹਨੂੰ ਆਪਾਂ ਬਹੁਤ ਚੰਗਾ ਔਰ ਬੜਾ ਐਡਵਾਂਸ ਮੁਲਕ ਸਮਝਦੇ ਨੇ। ਤੁਸੀਂ ਸੋਚਦੇ ਆ ਕਿ ਇਹੋ ਜਿਹੇ ਐਕਸਪੈਰੀਮੈਂਟ ਬਾਕੀ ਮੁਲਕ ਵੀ ਕਰਦੇ ਹੋਣਗੇ। ਅਤੇ ਦੂਸਰੀ ਬੁੱਕ ਜਿਹੜੀ ਗੱਲ ਕਰਦੀ, ਇਹ ਤਾਂ ਬੈਕਟੀਰੀਆ ਦੀ ਏਜ ਸੀ। ਬੈਕਟੀਰੀਆ ਦੀ ਏਜ ਹੁਣ ਖਤਮ ਹੋ ਚੁੱਕੀ ਹੈ। ਬੈਕਟੀਰੀਆ ਤੋਂ ਬਾਅਦ 1960-50 ਦੇ ਵਿੱਚ ਤੁਹਾਨੂੰ ਵਾਇਰਸ ਦੇਖਣ ਦੀ ਸ਼ਮਤਾ ਆ ਗਈ। ਦੁਨੀਆ ਦੇ ਸਾਇੰਟਿਸਟ ਨੂੰ ਵਾਇਰਸ ਬੈਕਟੀਰੀਆ ਤੋਂ ਵੀ ਬਹੁਤ ਛੋਟੀ ਚੀਜ਼ ਹੈ। ਤੁਹਾਡਾ ਸਰੀਰ ਸੈਲਜ਼ ਨਾਲ ਬਣਿਆ, ਉਹਦੇ 'ਚ ਬੈਕਟੀਰੀਆਜ਼ ਵੀ ਹੈ। ਕੋਈ ਘੱਟੋ ਘੱਟ 70 ਟ੍ਰਿਲੀਅਨ ਸੈਲਜ਼ ਹੈ ਸਾਡੇ ਸਰੀਰ ਦੇ ਵਿੱਚ, ਔਰ 10 ਗੁਣਾ ਜ਼ਿਆਦਾ ਬੈਕਟੀਰੀਆ ਹੈ, ਔਰ ਉਹ ਉਨੇ ਕੀ ਹੈਗੇ ਵਾਇਰਸਿਸ। ਸੋ ਸਾਡੇ ਇਹ ਨਹੀਂ ਕਿ ਵਾਇਰਸ ਸਾਡੇ ਦੁਸ਼ਮਣ ਹੈ, ਬੈਕਟੀਰੀਆ ਸਾਡੇ ਦੁਸ਼ਮਣ ਹੈ। ਤਕਰੀਬਨ 99% ਸਾਰੇ ਮਦਦ ਕਰ ਰਹੇ ਸਾਨੂੰ ਜੀਣ ਦੀ। ਮਗਰ ਹਰ ਜਾਨਵਰ ਵਿੱਚ ਇਸ ਤਰ੍ਹਾਂ ਹੀ ਸੈਲਜ਼ ਹੈ, ਬੈਕਟੀਰੀਆ, ਵਾਇਰਸਿਸ ਹੈ। ਮਗਰ ਔਰ ਆਮ ਤੌਰ 'ਤੇ ਜਿਹੜੇ ਵਾਇਰਸਿਸ ਸੈੱਲ ਸਾਡੇ ਸਰੀਰ ਵਿੱਚ ਜੀ ਰਹੇ ਉਹ ਸਾਡੇ ਸਰੀਰ ਲਈ ਚੰਗੇ ਹੈ, ਜਿਹੜੇ ਕਿਸੇ ਹੋਰ ਜਾਨਵਰ 'ਚ ਉਹ ਜਾਨਵਰ ਦੇ ਸਰੀਰ ਵਿੱਚ ਚੰਗੇ ਹੈ। ਮਗਰ ਨੇਚਰ ਦੇ ਵਿੱਚ ਇੱਕ ਸਪੀਸ਼ੀਜ਼ ਦੇ ਜਿਹੜੇ ਬੈਕਟੀਰੀਆ ਉਹ ਦੂਜੇ ਸਪੀਸ਼ੀਜ਼ ਬਹੁਤ ਘੱਟ ਜਾਂਦੇ ਨੇ, ਐਂਡ ਉਹ ਸਪੀਸ਼ੀਜ਼ ਚੱਲਦਾ ਰਹਿੰਦਾ। ਇੱਦਾਂ ਹੀ ਅਸੀਂ ਘੱਟੋ ਘੱਟ 5-7 ਹਜ਼ਾਰ ਸਾਲ ਤੋਂ ਤਾਂ ਮਨੁੱਖ ਜਾਤੀ ਚੱਲ ਰਹੀ ਹੈ, ਔਰ ਇਹੋ ਜਿਹੀ ਕੋਈ ਗੱਲ ਹੋਈ ਨਹੀਂ। ਮਗਰ ਜਦੋਂ ਬੰਦੇ ਕੋਲ ਸ਼ਮਤਾ ਆਈ, ਅਸੀਂ ਇਲੈਕਟ੍ਰੋਨ ਮਾਈਕਰੋਸਕੋਪ ਬਣਾ ਲਿਆ, ਸਾਨੂੰ ਵਾਇਰਸ ਦੇਖਣ ਦੀ ਸ਼ਮਤਾ ਪੈਦਾ ਹੋ ਗਈ। ਵਾਇਰਸ ਕੋਈ ਜਿੰਦਾ ਸੈੱਲ ਨਹੀਂ ਹੈ, ਵਾਇਰਸ ਇੱਕ ਛੋਟਾ ਜਿਹਾ ਪਦਾਰਥ ਹੈ, ਬਟ ਉਹਦੇ 'ਚ ਇੱਕ ਅਜੀਬ ਹੈ ਕਿ ਉਹ ਬਾਡੀ ਜਿਹੜੀ ਸੈੱਲ ਦੀ ਜਿਹੜੀ ਵਾਲ ਹੈ ਉਹਨੂੰ ਅੰਦਰ ਜਾ ਸਕਦਾ ਚੋਰਾ ਮੰਗਰ। ਉਹਨੂੰ ਸੈੱਲ ਨੂੰ ਪਤਾ ਨਹੀਂ ਲੱਗਦਾ, ਤੁਹਾਡੇ ਇਮਿਊਨਿਟੀ ਸਿਸਟਮ ਨੂੰ ਪਤਾ ਨਹੀਂ ਲੱਗਦਾ। ਫਿਰ ਉਹ ਸੈੱਲ ਅੰਦਰ ਜਾ ਕੇ ਆਪਣਾ ਜਿਹੜਾ DNA ਉਹਨੂੰ ਟ੍ਰਾਂਸਫਰ ਕਰਦਾ, ਤਾਂ ਉਹ ਸੈੱਲ ਤੁਹਾਡਾ ਵਾਇਰਸ ਦੇ ਸੈੱਲ ਬਣਾਉਣਾ ਸ਼ੁਰੂ ਕਰ ਦਿੰਦਾ। ਉਹ ਇੰਨੇ ਬਣ ਜਾਂਦੇ ਕਿ ਸਰੀਰ ਪੂਰਾ ਬਿਮਾਰ ਹੋ ਜਾਂਦਾ,
ਜਾਂ ਸਰੀਰ ਮਰ ਜਾਂਦਾ ਹੈ। ਮਲਟੀਪਲਾਈ ਕਰਨੇ ਮਲਟੀਪਲਾਈ ਹੋ ਜਾਂਦੇ ਕਿ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਣ ਦੀ ਸ਼ਮਤਾ ਹੀ ਖਤਮ ਹੋ ਜਾਂਦੀ ਹੈ, ਜਿਹੜੀ ਡੈਥ ਹੋ ਜਾਂਦੀ ਹੈ। ਸੋ ਇਹ ਟੈਕਨੋਲੋਜੀ ਕਹਿ ਲਓ, ਇਹ ਮਾਈਕਰੋਸਕੋਪ ਕਹਿ ਲਓ, ਇਹ ਵਾਇਰਸ ਨੂੰ ਦੇਖਣ ਦੀ ਸ਼ਮਤਾ, ਕੰਪੇਅਰ ਕਰਨ ਦੀ ਸ਼ਮਤਾ, ਨਵੇਂ ਵਾਇਰਸ ਬਣਾਉਣ ਦੀ ਸ਼ਮਤਾ 1960-70 ਵਿੱਚ ਆਈ। 70-80 ਤੋਂ ਬਾਅਦ ਜ਼ਿਆਦਾ ਚੰਗੀ ਆਈ। ਔਰ ਦੂਸਰੀ ਕਿਤਾਬ ਇਹ ਕਹਿੰਦੀ ਹੈ ਕਿ ਉਹਨਾਂ ਨੇ ਉਹ ਆਪ ਸਾਇੰਟਿਸਟ ਹੈ, ਜਿਹੜੇ ਦੂਸਰੀ ਕਿਤਾਬ ਦੇ ਜਿਹੜੇ ਰਾਈਟਰ ਹੈ ਉਹ ਆਪ ਸਾਇੰਟਿਸਟ ਹੈ। 1980 ਤੋਂ US ਲੈਬੋਰਟਰੀ 'ਚ, ਉਹ ਲੈਬੋਰਟਰੀ ਜਿੱਥੇ ਕਿ ਲਾਈਮ ਡਿਜ਼ੀਜ਼ ਦੇ ਟਿਕਸ ਵੀ ਬਣੇ ਸੀ, ਉਸੇ ਲੈਬੋਰਟਰੀ 'ਚ ਉਹਨੇ ਕੰਮ ਕੀਤਾ। ਔਰ 30 ਸਾਲ ਉਸੇ ਲੈਬੋਰਟਰੀ 'ਚ ਉਹਨੇ ਉਹ ਗੱਲਾਂ ਦੇਖੀਆਂ। ਉਹਨੇ ਦੇਖਿਆ ਕਿਵੇਂ ਨਵੇਂ ਵਾਇਰਸ ਬਣਾਏ ਜਾਂਦੇ ਨੇ। ਪੁਰਾਣੇ ਵਾਇਰਸ ਨੂੰ ਤੁਸੀਂ ਬਦਲ ਦਿੰਦੇ ਹੋ, ਕਿਉਂਕਿ ਜਦੋਂ ਤੁਸੀਂ ਇੱਕ ਜਾਨਵਰ ਦੇ ਵਾਇਰਸ ਕਿਸੇ ਹੋਰ ਤਰੀਕੇ ਨਾਲ ਕਿਸੇ ਹੋਰ ਜਾਨਵਰ 'ਚ ਪਾਉਂਦੇ ਹੋ ਤਾਂ ਦੂਸਰੇ ਜਾਨਵਰ ਜਾ ਕੇ ਉਹ ਖਤਰਨਾਕ ਹੋ ਜਾਂਦਾ। ਹੁਣ ਉਹਨੇ ਟ੍ਰਾਂਸਫਾਰਮ ਹੋ ਜਾਂਦੇ ਨੇ। ਤਾਂ ਉਹ ਜਦੋਂ ਇਹ ਜਿਹੜੀ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਥਰੂ ਰੇਡੀਏਸ਼ਨ ਨਾਲ, ਹੋਰ ਤਰੀਕੇ ਨਾਲ, ਕੈਮੀਕਲ ਤਰੀਕੇ ਨਾਲ ਉਹਨਾਂ ਦੀ ਸ਼ਕਲ, ਉਹਨਾਂ ਦੀ ਫਾਰਮ ਜ਼ਿਆਦਾ ਡੇਂਜਰਸ ਬਣਾ ਸਕਦੇ ਹੋ। ਕੋਈ ਬੈਕਟੀਰੀਆ ਕੈਂਸਰ ਕਰਨ ਲੱਗ ਪੈਂਦੇ ਨੇ, ਕੋਈ ਵਾਇਰਸ ਕਿਸੇ ਹੋਰ ਬਾਡੀ ਵਿੱਚ ਜਾ ਕੇ ਕੈਂਸਰ ਕਰ ਦਿੰਦੇ ਨੇ। ਔਰ ਉਹਨੂੰ ਸਭ ਤੋਂ ਅਜੀਬ ਇਹ ਗੱਲ ਲੱਗੀ, ਸਭ ਤੋਂ ਅਜੀਬ ਕਿ ਉਹਨੂੰ ਸਭ ਤੋਂ ਜ਼ਿਆਦਾ ਸਟਾਰਟਲਿੰਗ ਲੱਗੀ। 2009 ਦੇ ਵਿੱਚ ਉਹਨੇ ਇੱਕ ਪੇਪਰ ਛਾਪਿਆ। ਉਹਨੇ ਕਿਹਾ ਕਿ ਜਿਹੜਾ ਸਾਡੇ ਮੁਲਕ ਵਿੱਚ ਨਵੀਂ ਬਿਮਾਰੀ ਆਈ ਹੈ ਕੈਂਸਰ ਦੀ ਐਪੀਡੈਮਿਕ, ਕਿਉਂਕਿ ਹਾਲਾਂਕਿ ਸਭ ਤੋਂ ਅਮੀਰ ਮੁਲਕ ਹੈ, US ਵਿੱਚ ਕੈਂਸਰ ਬਹੁਤ ਜ਼ਿਆਦਾ ਹੈ, ਹਿੰਦੁਸਤਾਨ ਤੋਂ ਵੀ ਬਹੁਤ ਜ਼ਿਆਦਾ ਹੈ। ਅਸੀਂ ਗਰੀਬ ਹਾਂ ਪਰ ਸਾਡੇ ਵਿੱਚ ਕੈਂਸਰ ਉਨਾ ਨਹੀਂ ਹੈ। ਉਹਨੇ ਥੋੜ੍ਹਾ ਜਿਹਾ ਉਹਨੂੰ ਸਮਝ ਆਇਆ ਕਿ ਜਦੋਂ ਪਹਿਲੇ ਪੋਲੀਓ ਵਾਇਰਸ ਵੈਕਸੀਨਸ ਬਣੀਆਂ ਸੀ, ਉਹਦੇ ਵਿੱਚ ਜਦੋਂ ਵੈਕਸੀਨ ਬਣਾਉਂਦੇ ਤੁਸੀਂ ਕਲਚਰ ਕਿਸੇ ਹੋਰ ਜਾਨਵਰ ਦਾ ਲੈਂਦੇ ਹੋ। ਉਹਨਾਂ ਨੇ ਸਭ ਤੋਂ ਪਹਿਲੇ ਪੋਲੀਓ ਵਾਇਰਸ 1930 'ਚ ਬਣੇ ਸੀ, ਉਦੋਂ ਮਾਊਸ ਦਾ ਟਿਸ਼ੂਜ਼ ਲਏ ਸੀ। ਮਾਊਸ ਦੇ ਵਿੱਚ ਇੱਕ ਐਸੀ ਜੀਨ ਹੈ, ਇੱਕ ਐਸਾ ਵਾਇਰਸ ਹੈ ਜਿਹੜਾ ਕਿ ਅਲਟੀਮੇਟਲੀ ਉਹ ਪਤਾ ਨਹੀਂ ਲੱਗਾ। ਉਹਨਾਂ ਨੇ ਜਦੋਂ ਵੈਕਸੀਨ ਆਇਆ ਉਦੋਂ ਨਹੀਂ ਸੀ ਪਤਾ ਲੱਗਦਾ। ਉਹਨਾਂ ਨੇ ਸੋਚਿਆ ਇਨੋਸੈਂਟ ਹੈ, ਹਾਰਮਲੈਸ ਹੈ, ਬਟ ਆਦਮੀਆਂ ਵਿੱਚ ਜਾ ਕੇ ਉਹਨੇ ਇੱਕ ਅਲੱਗ ਬਿਮਾਰੀ ਸ਼ੁਰੂ ਕਰਤੀ। ਮਿਊਟੇਟ ਹੋ ਗਿਆ ਜਾਂ ਉਹ ਹਮੇਸ਼ਾ ਆਦਮੀ ਲਈ ਡੇਂਜਰਸ ਸੀ। ਦੂਸਰਾ ਫਿਰ ਜੋ ਪੋਲੀਓ ਵਾਇਰਸ ਬਣੇ, ਉਹਨਾਂ ਨੇ ਮੰਕੀ ਦਾ ਯੂਜ਼ ਕੀਤਾ ਟਿਸ਼ੂਜ਼। ਉਹਨਾਂ ਨੇ ਅਲਟੀਮੇਟਲੀ ਵਾਇਰਸ ਦਾ ਨਾਮ ਵੀ ਰੱਖਤਾ ਸੀਮੀਅਨ ਵਾਇਰਸ, SV40। ਉਹ ਅਲਟੀਮੇਟਲੀ ਉਹਨਾਂ ਨੂੰ ਪਤਾ ਲੱਗਾ, ਉਹ ਸਾਇੰਟਿਸਟ ਨੇ ਕਿਹਾ ਕਿ ਇਹ ਤਾਂ ਕੈਂਸਰ ਪੈਦਾ ਕਰਦਾ। ਹੁਣ ਤੁਸੀਂ ਉਦੋਂ ਤੱਕ ਤੁਸੀਂ ਘੱਟੋ ਘੱਟ 2 ਲੱਖ ਵੈਕਸੀਨ ਆਲਰੇਡੀ ਲਾ ਚੁੱਕੇ ਸੀ। ਹੁਣ ਆਰਡੀਨਰੀ ਜਦੋਂ ਕੋਈ ਸਾਇੰਟਿਸਟ ਦੱਸਦਾ ਹੈ ਕਿ ਬਈ ਇੱਦਾਂ ਹੋ ਸਕਦਾ, ਤੁਸੀਂ ਬੰਦ ਕਰ ਦੋਗੇ। ਮਗਰ ਇੰਨਾ ਵੱਡਾ ਇੰਟਰਸਟ ਸੀ ਵੈਕਸੀਨ ਦੇ 'ਚ, ਇੰਨਾ ਵੱਡਾ ਪੈਸਾ ਬਣਦਾ ਕਿ ਉਹਨਾਂ ਨੇ ਛੁਪਾ ਕੇ ਰੱਖਿਆ। ਉਸ ਦੇ 2 ਸਾਲ ਬਾਅਦ ਵੀ ਉਹ ਵੈਕਸੀਨ ਲਾਉਂਦੇ ਰਹੇ। ਉਹਦਾ ਰਿਜ਼ਲਟ ਹੋਇਆ ਕਿ 10-20 ਸਾਲ ਬਾਅਦ ਹਜ਼ਾਰਾਂ ਲੱਖਾਂ ਕੇਸ ਆ ਗਏ ਕੈਂਸਰ ਦੇ, ਕਿਉਂਕਿ ਉਹ ਵਾਇਰਸ ਕੈਂਸਰ ਪੈਦਾ ਕਰਦਾ ਸੀ। ਜਦੋਂ ਮੰਕੀ ਦੇ 'ਚ ਕੈਂਸਰ ਪੈਦਾ ਕਰਦਾ, ਦੂਜੇ ਜਾਨਵਰਾਂ 'ਚ ਕੈਂਸਰ ਪੈਦਾ ਕਰਦਾ ਸੀ, ਉਹ ਉਹਨਾਂ ਨੇ ਆਦਮੀ 'ਚ ਕੈਂਸਰ ਪੈਦਾ ਕਰਨਾ ਸ਼ੁਰੂ ਕਰਤਾ। ਤੋ ਇਹ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜੇ ਸਾਡੇ ਸਾਇੰਟਿਫਿਕ ਐਕਸਪੈਰੀਮੈਂਟ ਹੈ, ਜਿਹੜਾ ਆਦਮੀ ਤੁਸੀਂ ਉਹ ਤਾਂ ਇਹਨੂੰ ਕਹਿੰਦੇ ਸ਼ੈਤਾਨ ਦੀ ਦਵਾਈ, ਕਿ ਤੁਸੀਂ ਹਰ ਤਰ੍ਹਾਂ ਦੇ ਵਾਇਰਸ ਨੂੰ ਮਿਕਸ ਕਰਕੇ ਵੈਕਸੀਨ ਦੇ ਵਿੱਚ ਪਾ ਕੇ ਆਦਮੀ ਜਦੋਂ ਲਗਾ ਦਿੰਦੇ ਆ, ਉਸ ਤੋਂ ਬਾਅਦ ਜਦੋਂ ਖੂਨ ਟ੍ਰਾਂਸਫਰ ਹੁੰਦਾ ਤਾਂ ਉਹ ਵੈਕਸੀਨ ਕਦੀ ਖਤਮ, ਉਹ ਵਾਇਰਸ ਕਦੀ ਖਤਮ ਹੀ ਨਹੀਂ ਹੁੰਦਾ, ਉਹ ਮਨੁੱਖ ਜਾਤੀ ਵਿੱਚ ਆ ਜਾਂਦਾ ਹੈ। ਤਾਂ ਇਹ ਬਿਮਾਰੀ ਜੇ ਤੁਸੀਂ ਜਾਣੋਗੇ ਤਾਂ ਘੱਟੋ ਘੱਟ ਤੁਸੀਂ ਉਹਦਾ ਇਲਾਜ ਲੱਭ ਸਕਦੇ। ਸਾਇੰਸ ਨੇ ਸ਼ੁਰੂ ਕੀਤੀ ਹੈ ਬਿਮਾਰੀ, ਸਾਇੰਸ ਇਹਦਾ ਇਲਾਜ ਕਰ ਸਕਦੀ ਹੈ। ਮਗਰ ਕਿਉਂਕਿ ਸਾਇੰਸ ਉਹਨੂੰ ਛੁਪਾਉਣਾ ਚਾਹੁੰਦੀ ਹੈ, ਉਹਨਾਂ ਨੇ ਇਸ ਸਾਇੰਟਿਸਟ ਨੂੰ ਵੀ ਪਨਿਸ਼ ਕੀਤਾ, ਉਹਨੂੰ ਨੌਕਰੀ ਤੋਂ ਕੱਢ ਦਿੱਤਾ, ਉਹਦੇ ਪੇਪਰਸ ਉਹਦੇ ਵਾਪਸ ਕਰਾਉਣੇ ਪਏ। ਅਤੇ ਅਲਟੀਮੇਟਲੀ ਉਹ ਕਹਿੰਦੀ ਹੈ ਕਿ ਲੱਗਦਾ ਕਿ USA 'ਚ ਇੱਕੋ ਹੀ ਆਜ਼ਾਦੀ ਬਚੀ ਹੈ ਕਿ ਮੈਂ ਕਿਤਾਬ ਲਿਖ ਸਕਦੀ ਹਾਂ, ਇਸ ਲਈ ਮੈਂ ਕਿਤਾਬ ਲਿਖ ਰਹੀ ਹਾਂ। ਉਹਦੇ ਵਕੀਲਾਂ ਨੇ ਆਪਣੀ ਤਾਰੀਫ ਕਰਦੇ, ਘੱਟੋ ਘੱਟ ਉਹਨਾਂ ਨੇ ਉਹਨੂੰ ਬਚਾਇਆ, ਉਹਨੂੰ ਕੋਸ਼ਿਸ਼ ਕੀਤੀ, ਕਿਉਂਕਿ ਉਹਦੀ ਜਾਨ ਦਾ ਵੀ ਖਤਰਾ ਹੈ। ਹਾਲੇ ਵੀ ਕਹਿੰਦਾ ਮੈਂ ਜ਼ਿੰਦੀ ਹਾਂ, ਬਟ ਹੁਣ ਮੈਂ ਬੋਲਦੀ ਰਹਾਂਗੀ, ਹੁਣ ਮੈਨੂੰ ਕੋਈ ਡਰ ਨਹੀਂ ਰਿਹਾ, ਚਲੋ ਮੈਂ ਬੋਲਦੀ, ਸੱਚਾਈ ਬੋਲਦੀ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜੇ ਸੱਚ ਤੁਹਾਨੂੰ ਆਜ਼ਾਦ ਕਰਦਾ ਹੈ, ਸੱਚ ਤੁਹਾਨੂੰ ਫ੍ਰੀ ਕਰਦਾ ਹੈ, ਸੱਚ ਤੁਹਾਨੂੰ ਮੋਕਸ਼ ਦੇ ਦੁਆਰ ਤੱਕ ਲੈ ਕੇ ਜਾਂਦਾ ਹੈ। ਤਾਂ ਉਹਨੇ ਉਹੀ ਸ਼ਬਦਾਂ ਨਾਲ ਕਿਤਾਬ ਖਤਮ ਕੀਤੀ ਹੈ। ਸੋ ਇਹ ਹੁਣ ਤੁਸੀਂ ਕੋਰਿਲੇਟ ਕਰੋ ਅੱਜ ਦੀ ਬਿਮਾਰੀ 'ਚ ਮਹਾਮਾਰੀ ਕੋਵਿਡ ਨਾਲ। ਕੋਵਿਡ ਨੂੰ ਕਹਿੰਦੇ ਹੈ ਕਿ ਇੱਕ ਵਾਇਰਸ ਹੈ, ਔਰ ਸਾਇੰਟਿਸਟ ਦੁਨੀਆ ਭਰ ਦੇ ਬਹੁਤ ਸਾਇੰਟਿਸਟ ਦੱਸ ਚੁੱਕੇ ਹੈ ਕਿ ਇਹ ਨੈਚੁਰਲ ਵਾਇਰਸ ਨਹੀਂ ਹੈ, ਇਹ ਮੈਨ ਮੇਡ ਵਾਇਰਸ ਹੈ। ਕਿਉਂਕਿ ਮੈਨ ਮੇਡ ਵਾਇਰਸ ਦੇ ਇੱਕ ਗੁਣ ਹੁੰਦੇ ਹੈ, ਉਹ ਅਲੱਗ-ਅਲੱਗ ਜਗ੍ਹਾ 'ਤੇ ਸਾਈਮਲਟੇਨੀਅਸਲੀ ਪੈਦਾ ਹੁੰਦਾ ਹੈ, ਔਰ ਉਹ ਐਸਾ ਹੁੰਦਾ ਕਿ ਜਿਹੜਾ ਹਰ ਕਲਾਈਮੇਟ ਕੰਡੀਸ਼ਨ ਦੇ ਵਿੱਚ ਚੱਲੀ ਜਾਂਦਾ। ਕਿਉਂਕਿ ਜਿਹੜਾ ਨੈਚੁਰਲ ਵਾਇਰਸ ਹੈ ਉਹ ਹਰ ਜਗ੍ਹਾ ਨਹੀਂ, ਗਰਮੀ ਦੇ ਠੰਡੇ ਮੁਲਕ 'ਚ ਪੈਦਾ ਹੋਣਗੇ ਤਾਂ ਗਰਮੀ ਮੁਲਕ 'ਚ ਆ ਕੇ ਖਤਮ ਹੋ ਜਾਣਗੇ, ਮੌਸਮ ਨਾਲ ਬਦਲ ਜਾਂਦੇ ਆ, ਮਰ ਜਾਂਦੇ ਆ। ਫਿਰ ਜਿਹੜੇ ਨੈਚੁਰਲ ਵਾਇਰਸ ਆ ਉਹ ਤਾਂ ਬੜੇ ਦੇਰ ਲੱਗਦੀ ਹੈ, ਉਹਨਾਂ ਦੀ ਸਪਰੈਡ ਦੀ ਬੜੇ ਹੌਲੀ ਚੱਲਦੇ ਨੇ। ਕੋਈ 100-200 ਸਾਲਾਂ 'ਚ ਕੋਈ ਨਵਾਂ ਮਿਊਟੇਸ਼ਨ ਆ ਗਈ, ਕੋਈ ਨਵਾਂ ਵਾਇਰਸ ਆ ਗਿਆ। ਬਟ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਹੁਣ ਜੇ ਤੁਸੀਂ ਕਰੋਨਾ ਦੀ ਹਿਸਟਰੀ ਦੇਖੋ, 2002 ਵਿੱਚ ਸਾਰਸ ਵਾਇਰਸ ਆਇਆ, ਇਹ ਸਾਰਸ ਦਾ ਹੀ ਤੀਜਾ ਰੂਪ ਹੈ। ਸਾਰਸ ਕਹਿੰਦੇ ਆ ਐਕਿਊਟ ਰੈਸਪੀਰੇਟਰੀ ਸਿੰਡਰਮ, ਜਿਹੜਾ ਨਿਮੋਨੀਆ ਸਿੰਪਟਮ ਹੈ, ਤੁਹਾਨੂੰ ਜ਼ੁਕਾਮ ਹੁੰਦਾ ਹੈ, ਖੰਘ ਹੁੰਦਾ, ਨਿਮੋਨੀਆ ਹੁੰਦਾ, ਉੱਦਾਂ ਦੇ ਸਿੰਪਟਮ ਨੂੰ ਕਹਿੰਦੇ ਆ SARS-1। ਇਹ 2002 ਵਿੱਚ ਆਇਆ, 700-800 ਬੰਦੇ ਮਾਰੇ। ਉਦੋਂ ਵੀ ਬੜਾ ਰੌਲਾ ਪਾਇਆ, ਬਟ ਕਿਸੇ ਨੇ ਦੁਨੀਆ ਬੰਦ ਨਹੀਂ ਕੀਤੀ।
ਫਿਰ 2012 ਵਿੱਚ ਇਹੀ ਸਾਰਸ ਇੱਕ ਛੋਟੇ ਜਗ੍ਹਾ 'ਚ ਆਇਆ ਮਿਡਲ ਈਸਟ ਵਿੱਚ, ਉਹਨੂੰ ਇਹਨਾਂ ਨੇ ਕਹਿਤਾ ਮਿਡਲ ਈਸਟ ਸਿੰਡਰੋਮ, ਉਹਨੂੰ ਮਰਸ ਕਹਿਣ ਲੱਗ ਪਏ। ਹਾਲਾਂਕਿ ਚੀਜ਼ ਉਹੀ ਸੀ। ਹੁਣ ਉਹਦਾ 2012 ਤੋਂ ਬਾਅਦ 9 ਸਾਲ ਬਾਅਦ ਹੁਣ ਤੀਜਾ ਵਰਸ਼ਨ ਆਇਆ, ਜਿਹਨੂੰ ਕਹਿੰਦੇ ਅਸੀਂ ਕਰੋਨਾ 19। ਕਰੋਨਾ 19 ਜਾਂ ਕੋਵਿਡ-19 ਅਲਟੀਮੇਟਲੀ ਸ਼ੁਰੂ ਚਾਹੇ ਉਹ ਕਹਿੰਦੇ ਆ ਚਾਈਨਾ ਤੋਂ ਹੋਇਆ, ਮਗਰ ਇਹਦਾ ਸਾਰੇ ਮੁਲਕਾਂ 'ਚ ਫੈਲ ਜਾਣਾ ਜਿੱਥੇ ਕੋਈ ਚਾਈਨੀਜ਼ ਨਾਲ ਕੰਟੈਕਟ ਵੀ ਨਹੀਂ ਸੀ, ਇਹ ਸ਼ੋਅ ਕਰਦਾ ਹੈ ਕਿ ਇਹ ਲੈਬੋਰਟਰੀ 'ਚ ਬਣਿਆ ਵਾਇਰਸ ਹੈ। ਇਹ ਵਾਇਰਸ ਕਿਸੇ ਮੁਲਕ ਨੇ ਬਣਾਇਆ, ਚਾਹੇ ਉਹਨਾਂ ਨੇ ਲੜਾਈ ਦਾ ਹਿੱਸਾ ਇਹਨੂੰ ਸਮਝਾਇਆ ਜਾਂ ਉਹ ਐਕਸੀਡੈਂਟਲੀ ਬਣ ਗਿਆ, ਮगर ਇਹ ਕਲੀਅਰਲੀ ਨੈਚੁਰਲ ਵਾਇਰਸ ਨਹੀਂ ਲੱਗਦਾ। ਔਰ ਫਿਰ ਉਸ ਤੋਂ ਅੱਗੇ ਜੋ ਫਰਾਡ ਕਰ ਰਹੇ ਨੇ, ਕਿਉਂਕਿ ਵਾਇਰਸ ਤਾਂ ਇੱਦਾਂ ਦੇ ਬੜੇ ਆਏ, ਮਹਾਮਾਰੀਆਂ ਬੜੀਆਂ ਪੇ ਫੈਲੀ ਹੈ, ਤੁਸੀਂ ਸਾਰੇ ਮੁਲਕ ਨੂੰ ਬੰਦ ਕਿਉਂ ਕਰਨਾ ਚਾਹੁੰਦੇ? ਸਰ ਇੱਕ ਜਾਪਾਨ ਦੇ ਵੀ ਇੱਕ ਡਾਕਟਰ ਨੇ ਇੱਦਾਂ ਦਾ ਆਪਣਾ ਹੁਣੀ ਰੀਸੈਂਟਲੀ ਇੱਕ ਨਿਊਜ਼ ਆਈ ਹੈ ਜਦੋਂ ਉਹਨਾਂ ਨੇ ਕਿਹਾ ਵੀ ਸ਼ਾਇਦ ਮੈਂ ਉਸ ਲੈਬ ਦੇ ਵਿੱਚ ਕੰਮ ਵੀ ਕੀਤਾ ਥੋੜ੍ਹੀ ਦੇਰ, ਅਤੇ ਇਸ ਕਰਕੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਹ ਜਿਹੜਾ ਨੈਚੁਰਲ ਨਹੀਂ ਹੈਗਾ, ਬਿਲਕੁਲ ਮੈਨ ਮੇਡ ਵਾਇਰਸ ਹੈਗਾ। ਪਰ ਉਸ ਦੇ ਨਾਲ ਨਾਲ ਇੱਕ ਵਕੀਲ ਜਿਹੜਾ ਪੇਸ਼ੇ ਤੋਂ ਹੈ, ਇੱਕ ਇਨਸਾਨ, ਉਹਨਾਂ ਨੂੰ ਇਹਨਾਂ ਟ੍ਰਿਗਰ ਕਿਉਂ ਕੀਤਾ? ਤੁਸੀਂ ਮੈਂ ਦੇਖ ਰਹੀ ਹਾਂ ਬਹੁਤ ਸ਼ਿੱਦਤ ਨਾਲ ਕਿਤਾਬਾਂ ਪੜ੍ਹੀਆਂ, ਤੁਸੀਂ ਸੈਮੀਨਾਰ ਇਸ 'ਤੇ ਕੀਤਾ, ਔਰ ਬਾਰ-ਬਾਰ ਮੇਰੀ ਜਿੰਨੀ ਵਾਰੀ ਵੀ ਤੁਹਾਡੇ ਨਾਲ ਗੱਲ ਹੋਈ ਹੈ ਤੁਸੀਂ ਇਹਨੂੰ ਬਾਰ-ਬਾਰ ਗੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇੱਕ ਕੰਸਰਨ ਇਸ ਲੈਵਲ 'ਤੇ ਹੋਣਾ ਹੈ, ਬਹੁਤ ਚੰਗੀ ਗੱਲ ਹੈ। ਕੋਈ ਤਾਂ ਸੁਹਿਰਦ ਲੋਕ ਨੇ ਜਿਹੜੇ ਇਸ ਤਰੀਕੇ ਦੀ ਗੱਲ ਨੂੰ ਸੋਚ ਰਹੇ ਨੇ, ਅਤੇ ਹੋਰ ਤੁਸੀਂ ਇਸ 'ਚੋਂ ਕੀ ਐਸੀ ਚੀਜ਼ ਕੱਢੀ ਜਿਹੜੀ ਤੁਹਾਨੂੰ ਬਾਰ-ਬਾਰ ਜਿਹੜੀ ਹੈ ਸੋਚਣ 'ਤੇ ਮਜਬੂਰ ਕਰ ਰਹੀ ਹੈ, ਜਿਹੜੀ ਬੁੱਕਸ ਇੰਨੀਆਂ ਤੁਸੀਂ ਮਤਲਬ ਕਿ ਗਹਿਰਾਈ ਦੇ ਨਾਲ ਪੜ੍ਹ ਕੇ ਗੱਲ ਕਰਨਾ ਚਾਹੁੰਦੇ ਹੋ? ਦੇਖੋ, ਜਿਹੜੀ ਹੁਣ ਜਿਹੜੇ ਲੋਕ ਸਾਨੂੰ ਗਵਰਨ ਕਰਦੇ ਨੇ, ਜਿਹੜੇ ਲੋਕਾਂ ਨੇ ਸੈਕਿੰਡ ਵਰਲਡ ਵਾਰ ਕੀਤੀ, ਜਿੱਦਾਂ ਦੇ ਸੁਭਾਅ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸੁਭਾਅ ਦੋ ਤਰ੍ਹਾਂ ਦੇ ਹੈਲਦੀ ਬੰਦੇ ਹੁੰਦੇ, ਅਨਹੈਲਦੀ ਬੰਦੇ ਹੁੰਦੇ। ਅਨਹੈਲਦੀ ਬੰਦੇ ਪਾਵਰ ਵੱਲ ਅਟਰੈਕਟ ਹੁੰਦੇ ਨੇ, ਉਹਨਾਂ ਨੂੰ ਲੋਕਾਂ ਨੂੰ ਦਬਾ ਕੇ, ਲੋਕਾਂ 'ਤੇ ਡੋਮੀਨੇਟ ਕਰਕੇ, ਲੋਕਾਂ 'ਤੇ ਰਾਜ ਕਰਕੇ ਮਜ਼ਾ ਆਉਂਦਾ। ਆਮ ਬੰਦੇ ਨੂੰ ਜਿਹੜਾ ਸੰਤ ਸੁਭਾਅ ਦਾ ਜਾਂ ਆਮ ਬੰਦਾ ਹੁੰਦਾ, ਉਹ ਤਾਂ ਉੱਦਾਂ ਹੀ ਜ਼ਿੰਦਗੀ 'ਚ ਖੁਸ਼ ਰਹਿੰਦਾ ਹੈ, ਉਹਨੂੰ ਕੋਈ ਚੀਜ਼ ਲੋੜ ਨਹੀਂ ਪੈਂਦੀ। ਤਾਂ ਇਹ ਲੋਕ ਹੁੰਦੇ ਜਿਹੜੇ ਪਾਵਰ ਲੈਣਾ ਚਾਹੁੰਦੇ, ਚਾਹੇ ਪੋਜੀਸ਼ਨ ਲੈਣਾ ਚਾਹੁੰਦੇ ਨੇ। ਜਦੋਂ ਇਹ ਪਾਵਰ ਇੱਦਾਂ ਦੇ ਲੋਕ ਬਹੁਤ ਪਾਵਰਫੁਲ ਹੋ ਜਾਣ, ਦੇਸ਼ਾਂ ਤੋਂ ਵੀ ਪਾਵਰਫੁਲ ਹੋ ਜਾਣ, ਤਾਂ ਕੋਈ ਵੱਡੀ ਗੱਲ ਨਹੀਂ ਕਿ ਜਦੋਂ ਉਹਨਾਂ ਕੋਲ ਕੋਈ ਇਹੋ ਜਿਹੀ ਖਤਰਨਾਕ ਟੈਕਨੋਲੋਜੀ ਆ ਜਾਵੇ ਤਾਂ ਉਹਦਾ ਇਸਤੇਮਾਲ ਕਰਨ ਪੂਰੀ ਦੁਨੀਆ 'ਤੇ ਕਬਜ਼ਾ ਕਰਨ ਲਈ, ਪੂਰੀ ਦੁਨੀਆ 'ਤੇ ਕੰਟਰੋਲ ਕਰਨ ਲਈ, ਹੋਰ ਪਾਵਰ ਔਰ ਪੈਸਾ ਇਕੱਠਾ ਕਰਨ ਲਈ। ਕਿਉਂਕਿ ਅਸੀਂ ਦੇਖਦੇ ਹਾਂ ਪੈਟਰਨ, ਇਹ ਬੜਾ ਵੱਡੇ ਕੋਆਪਰੇਸ਼ਨ 'ਚ ਪੈਟਰਨ ਆਪਾਂ ਦੇਖ ਰਹੇ ਹਾਂ। ਉਹ ਬੇਸ਼ਰਮੀ ਨਾਲ ਕਹਿੰਦੇ ਨੇ ਕਿ ਸਾਡਾ ਕੰਮ ਸਿਰਫ ਮੁਨਾਫਾ ਕਮਾਉਣਾ ਹੈ, ਸਾਡਾ ਕੰਮ ਸੇਵਾ ਕਰਨਾ ਨਹੀਂ ਹੈ, ਸਾਡਾ ਕੰਮ ਕੋਈ ਵੈਲਫੇਅਰ ਨਹੀਂ ਹੈ। ਜਦੋਂ ਐਡੀ ਵੱਡੀ ਕੋਆਪਰੇਸ਼ਨ, ਤਾਂ ਹੁਣ ਬਿਲ ਗੇਟ ਨੇ ਆਪਣੀ ਬਣਾਈ ਫਾਊਂਡੇਸ਼ਨ, ਉਹਦੀ ਵੈਲਥ ਡਬਲ ਹੋ ਗਈ। ਨੋਰਮਲੀ ਤੁਸੀਂ ਚੈਰੀਟੇਬਲ ਆਰਗੇਨਾਈਜੇਸ਼ਨ ਬਣਾਉਂਦੇ ਹੋ ਆਪਣੀ ਵੈਲਥ ਲੋਕਾਂ ਦੇ ਹੱਕ ਵਿੱਚ ਖਰਚ ਕਰਨ ਲਈ, ਤੁਹਾਡੀ ਵੈਲਥ ਕਿੱਦਾਂ ਵੱਧ ਰਹੀ ਹੈ? ਉਹ ਦੱਸਿਆ ਗਿਆ, ਫਿਰ ਦੂਜੇ ਸਾਇੰਟਿਸਟ ਨੇ ਦੱਸਿਆ ਕਿ ਇਹਨੇ ਤਾਂ ਬੇਸਿਕਲੀ ਸਿਰਫ ਟੈਕਸ ਦਾ 30% ਦੇਣ ਤੋਂ ਬਚਾਉਣ ਲਈ ਫਾਊਂਡੇਸ਼ਨ ਬਣਾਈ ਹੈ, ਇਹਨੇ ਆਪਣੇ ਪ੍ਰੋਫਿਟ ਨਹੀਂ ਛੱਡਿਆ। ਉਹੀ ਬਿਲ ਗੇਟ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਸਪੋਰਟ ਕਰ ਰਿਹਾ। ਉਹੀ ਚਾਈਨਾ ਦੀ ਜਿਹੜੀ ਵਾਈਫ ਹੈ, ਉਹਦੇ ਪ੍ਰੀਮੀਅਰ ਦੀ ਜਿਹੜਾ ਲਾਈਫ ਬਣ ਗਿਆ ਪ੍ਰੈਜ਼ੀਡੈਂਟ, ਲਾਈਫ ਲੌਂਗ ਪ੍ਰੈਜ਼ੀਡੈਂਟ, ਉਹਦੀ ਵਾਈਫ ਗੁੱਡਵਿਲ ਐਂਬੈਸਡਰ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ। ਵੈਲਥ ਆਰਗੇਨਾਈਜੇਸ਼ਨ 2-4 ਆਰਗੇਨਾਈਜੇਸ਼ਨਾਂ ਉਹਨੂੰ ਸਪੋਰਟ ਕਰਦੀਆਂ। ਉਹਨਾਂ ਨੇ ਜਿਉਂ ਦੀ ਬਣੀ ਹੈ, ਇਹਨਾਂ ਨੇ ਦੇਖੋ ਸਭ ਤੋਂ ਚੰਗੀ ਤਾਂ ਸਭ ਤੋਂ ਈਜ਼ੀ ਦੁਨੀਆ ਦੀ ਹੈਲਥ ਠੀਕ ਕਰਨ ਲਈ ਤਾਂ ਫੂਡ ਹੈ। ਫੂਡ ਸਾਡੇ ਇਮਿਊਨਿਟੀ ਸਿਸਟਮ ਨੂੰ ਕਰਦਾ, ਤੁਸੀਂ ਹੰਗਰ ਖਤਮ ਕਰ ਦਿਓ, 90% ਬਿਮਾਰੀਆਂ ਖਤਮ ਹੋ ਜਾਂਦੀਆਂ। ਦੂਜੀ ਹਾਈਜਨ ਹੈ, ਤੁਸੀਂ ਚੰਗਾ ਡਰਿੰਕਿੰਗ ਵਾਟਰ ਦੇ ਦਿਓ, ਅੱਧੀਆਂ ਬਿਮਾਰੀਆਂ ਉਦੋਂ ਖਤਮ ਹੋ ਜਾਂਦੀਆਂ। ਇਹ ਫਾਊਂਡੇਸ਼ਨਲ ਹੈ। ਤੀਜਾ ਸ਼ੈਲਟਰ ਹੈ, ਸ਼ੈਲਟਰ ਹੋਏ ਤਾਂ ਤੁਹਾਡੇ ਐਕਸੀਡੈਂਟ ਖਤਮ ਹੋ ਜਾਂਦੇ ਨੇ, ਜਾਨਵਰਾਂ ਤੋਂ ਥੋੜ੍ਹਾ ਕੱਟ ਨਹੀਂ ਸਕਦੇ। ਇਹ ਤਿੰਨ ਚੀਜ਼ਾਂ ਨੂੰ ਛੱਡ ਕੇ, ਇਹ ਤਿੰਨ ਚੀਜ਼ਾਂ ਜਿਹਨਾਂ ਸਾਰੇ ਦੁੱਖ ਦੂਰ ਹੋ ਸਕਦਾ ਹੈ ਆਮ ਮਨੁੱਖ ਜਾਤੀ ਦਾ, ਔਰ ਇੰਨੀ ਸਾਇੰਸ ਦੇ ਕੋਲ ਇੰਨੇ ਤੁਹਾਡੇ ਕੋਲ ਪੈਸਾ ਕਿ ਤੁਸੀਂ ਕਰ ਸਕਦੇ ਹੋ। ਉਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਕੇ ਇਹਨਾਂ ਨੇ ਇੱਦਾਂ ਦੇ ਵੈਕਸੀਨ ਦੇ ਚੱਕਰਾਂ 'ਚ ਪਏ ਹੋਏ। ਇਹ ਚਾਹੁੰਦੇ ਕਿ ਸਾਰੇ ਆਦਮੀਆਂ ਨੂੰ ਵੈਕਸੀਨ ਲਾ ਦਈਏ, ਕਿਉਂਕਿ ਸਾਰਾ ਧਿਆਨ ਇਹਨਾਂ ਦਾ ਇਹ ਹੈ ਇਸ ਬਿਮਾਰੀ ਤੋਂ ਬਾਅਦ ਕਿ ਅਸੀਂ ਵੈਕਸੀਨ ਲਾਉਣੇ ਆ। ਸਰ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਟ੍ਰੇਡ ਵਾਰ ਹੈ, ਕਿਉਂਕਿ ਉਹਦੇ ਵਿੱਚ ਹੀ ਹੁਣ ਰੀਸੈਂਟਲੀ ਆਇਆ ਸੀ, ਗੱਲ ਤਾਂ ਥੋੜ੍ਹੀ ਦੂਸਰੇ ਪਾਸੇ ਤੁਰ ਜਾਂਦੀ ਹੈ। ਸਾਡੇ ਵੀ ਇੱਥੇ ਇੱਕ ਬਾਬਾ ਜੀ ਨੇ, ਬਾਬਾ ਰਾਮਦੇਵ ਜੀ, ਉਹਨਾਂ ਨੇ ਵੀ ਇੱਕ ਦਵਾਈ ਕੱਢੀ ਹੋਣੀ ਖਾਸ ਕਰਕੇ ਕਰੋਨੇ ਕਰਕੇ, ਅਤੇ ਉਹ ਵੀ ਇੱਕ ਕੋਸ਼ਿਸ਼ ਕਰ ਰਹੇ ਸੀਗੇ ਲੋਕਾਂ ਨੂੰ ਕਰੋਨਾ ਦੇ ਨਾਲ, ਕਹਿੰਦੇ ਸੀ ਵੀ ਮੈਂ ਠੀਕ ਕਰਾਂਗਾ। ਪਰ ਉਹ ਗੱਲ ਵੱਖਰੀ ਹੈ ਵੀ ਸੈਂਟਰ ਨੇ ਉਸ ਚੀਜ਼ ਨੂੰ ਜਿਹੜਾ ਅਪਰੂਵ ਨਹੀਂ ਕੀਤਾ, ਅਤੇ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਕਿਤੇ ਨਾ ਕਿਤੇ ਭਰਮਾਇਆ ਜਾਂ ਉਹਨਾਂ ਨੂੰ ਭੁਲੇਖਿਆਂ 'ਚ ਹੀ ਪਾਇਆ ਜਾ ਰਿਹਾ ਸ਼ਾਇਦ। ਦੇਖੋ, ਜਦੋਂ ਅਸੀਂ ਆਯੁਰਵੇਦ ਦਾ ਜਾਣਦੇ ਹਾਂ ਤਾਂ ਉਹ ਕਹਿੰਦੇ ਕਿ ਜਿਹੜਾ ਤੁਹਾਨੂੰ ਹੈਲਦੀ ਰੱਖਣਾ ਡਾਕਟਰ ਦਾ ਕੰਮ ਹੈ, ਬਿਮਾਰ ਕਰਨਾ ਡਾਕਟਰ ਦਾ ਕੰਮ ਨਹੀਂ। ਹੁਣ ਜਦੋਂ ਪਿਛਲਾ ਜਿਹਨੂੰ ਆਪਾਂ ਮਾਡਰਨ ਮੈਡੀਸਨ ਕਹਿੰਦੇ ਹਾਂ, ਪਿਛਲੇ ਘੱਟੋ ਘੱਟ 100 ਸਾਲ ਤੋਂ ਜਦੋਂ ਸੋ ਕਾਲਡ ਮਾਡਰਨ ਮੈਡੀਸਨ ਦਾ ਸ਼ਬਦ ਆਇਆ, ਉਹਨਾਂ ਨੇ ਟ੍ਰੈਡੀਸ਼ਨਲ ਮੈਡੀਸਨ ਤਾਂ ਡਿਸਕ੍ਰੈਡਿਟ ਕਰਤਾ। ਮਾਡਰਨ ਮੈਡੀਸਨ ਹੈਗਾ ਡਰੱਗ ਬੇਸਡ, ਉਹਨਾਂ ਨੂੰ ਕੋਈ ਫਾਇਦਾ ਨਹੀਂ ਜੇ ਬੰਦਾ ਹੈਲਦੀ ਹੋਵੇ, ਉਹਨਾਂ ਨੂੰ ਤਾਂ ਹੀ ਫਾਇਦਾ ਜੇ ਕੋਈ ਬਿਮਾਰ ਹੋਵੇ। ਇਸ ਲਈ ਉਹਨਾਂ ਨੇ ਪਹਿਲਾਂ BP ਕਹਿੰਦੇ ਸੀ ਕਿ 120 ਹੋਵੇ ਤਾਂ ਦਵਾਈ ਖਾਓ, ਹੁਣ ਉਹ 90 ਵਾਲਿਆਂ ਨੂੰ ਵੀ ਦਵਾਈ ਖਿਲਾ ਦਿੰਦੇ ਆ, ਕਿਉਂਕਿ ਮਰੀਜ਼ ਵਧਾ ਰਹੇ ਨੇ।
ਇਸ ਕਰਕੇ ਜਿਹੜੀ ਜਦੋਂ ਸਾਰੀ ਸਾਡੀ ਜਿਹੜੀ ਮਾਡਰਨ ਫਾਰਮਾਸਿਊਟੀਕਲ ਇੰਡਸਟਰੀ ਹੈ ਉਹਨਾਂ ਦਾ ਇੰਟਰਸਟ ਹੈ ਕਿ ਕੋਈ ਬੰਦਾ ਹੈਲਦੀ ਨਾ ਰਵੇ, ਸਾਰੇ ਡਰੱਗ ਡਿਪੈਂਡੈਂਟ ਬਣ ਜਾਣ। ਉਹ ਬੇਸਿਕਲੀ ਸਾਰੇ ਦਵਾਈਆਂ ਤੇ ਡਿਪੈਂਡੈਂਟ ਸਿਵਲਾਈਜੇਸ਼ਨ ਕ੍ਰੀਏਟ ਕਰਨਾ ਚਾਹੁੰਦੇ ਨੇ। ਔਰ ਜਦੋਂ ਕੋਈ ਵੀ ਇੰਡਸਟਰੀ ਜਾਂ ਕੋਈ ਵੀ ਕਾਰਪੋਰੇਸ਼ਨ ਜਾਂ ਕੋਈ ਵੀ ਇੰਡੀਵਿਜੂਅਲ ਬਹੁਤ ਪਾਵਰਫੁਲ ਹੋ ਜਾਂਦਾ, ਫਿਰ ਉਹਨੂੰ ਆਪਣਾ ਇੰਟਰਸਟ ਦਿਖਦਾ, ਫਿਰ ਉਹਨੂੰ ਉਹ ਹਿਊਮਨ ਵੈਲਫੇਅਰ ਨਹੀਂ ਦਿਖਦਾ, ਉਹਨੂੰ ਕੋਈ ਧਰਮ ਨਹੀਂ ਦਿਖਦਾ। ਔਰ ਉਹੋ ਜਿਹੇ ਬੰਦੇ ਐਕਚੁਅਲੀ ਦੁਨੀਆ ਦੇ ਉੱਤੇ ਕਾਫੀ ਇੰਨੇ ਪਾਵਰਫੁਲ ਹੋ ਚੁੱਕੇ ਨੇ ਕਿ ਉਹਨਾਂ ਦੇ ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਿਨਿਸਟਰ ਉਹ ਆਪ ਬਣਾਉਂਦੇ ਨੇ, ਉਹ ਜਿਹਨੂੰ ਸਪੋਰਟ ਕਰਦੇ ਨੇ ਉਹ ਪਾਰਟੀ ਦੇ ਬੰਦੇ ਬਣਦੇ ਨੇ। ਸੋ ਜਿਹੜਾ ਉਹਨਾਂ ਨੂੰ ਹੁਣ ਲੋਕੀ ਤਾਂ ਇਹ ਬੜੀ ਵਾਰੀ ਰਾਊਂਡ ਦਾ ਵਰਲਡ ਡੀਪ ਸਟੇਟ ਉਹਨੂੰ ਕਹਿੰਦੇ ਨੇ, ਇਨਵਿਜ਼ੀਬਲ ਗਵਰਨਮੈਂਟ। ਇੱਕ ਗਵਰਨਮੈਂਟ ਜਿਹੜੀ ਵਿਜ਼ੀਬਲ ਹੈ, ਜਿਹੜਾ ਪ੍ਰਧਾਨ ਮੰਤਰੀ ਹੈ, ਮਿਨਿਸਟਰ, ਇੱਕ ਹੈ ਜਿਹੜੇ ਪਿੱਛੇ ਉਹਨਾਂ ਨੂੰ ਚਲਾਉਂਦੇ ਨੇ, ਇਹ ਕਠਪੁਤਲੀਆਂ ਵਾਂਗ ਚੱਲਦੇ, ਉਹਨਾਂ ਨੂੰ ਡੀਪ ਸਟੇਟ ਕਹਿੰਦੇ ਨੇ। ਉਹ ਦੇਸ਼ਾਂ ਵਿੱਚ ਡਿਵਾਈਡਡ ਨਹੀਂ ਹੈ, ਉਹ ਕਾਰਪੋਰੇਸ਼ਨਸ ਅਤੇ ਇੰਡੀਵਿਜੂਅਲ ਦੇ ਡਿਵਾਈਡਡ ਹੈ, ਉਹ ਸਾਰੀ ਦੁਨੀਆ ਨੂੰ ਹੀ ਕੰਟਰੋਲ ਕਰਦੇ ਨੇ। ਇਸੇ ਲਈ ਚਾਈਨਾ, ਵਰਲਡ ਹੈਲਥ ਆਰਗੇਨਾਈਜੇਸ਼ਨ, ਬਿਲ ਗੇਟ, ਇਹ ਸਾਰੇ ਇੰਡੀਵਿਜੂਅਲ ਕਿਸੇ ਲੈਵਲ 'ਤੇ ਜੁੜੇ ਹੋਏ ਨੇ। ਫੈਡਰਲ ਰਿਜ਼ਰਵ, ਬੈਂਕਰਸ, ਉਹਨਾਂ ਨੂੰ ਦੇਸ਼ ਦਾ ਕੋਈ ਨਹੀਂ। ਔਰ ਹਲੇ ਲੱਗਦਾ ਕਿ ਉਹਨਾਂ ਨੇ ਸਾਰਾ ਲੋਕਡਾਊਨ ਕਿਉਂ ਕੀਤਾ? ਕਿਉਂਕਿ ਬਿਮਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਹਿਲਾਂ ਕਹਿੰਦੇ ਸੀ ਕਿ ਜੀ ਤੁਸੀਂ ਦੂਰ ਬੈਠੋ, ਬਿਮਾਰੀ ਜਿਹਦੇ ਕੋਈ ਸਿੰਪਟਮ ਨਹੀਂ ਹੈ ਉਹ ਉਸ ਤੋਂ ਵੀ ਦੂਰ ਰਹੋ। ਫਿਰ ਉਹ ਕਹਿੰਦੇ ਆ ਕਿ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਐਵੀਡੈਂਸ ਹੋਣ ਲੱਗ ਪਿਆ ਕਿ ਪੂਰਾ ਪਰਿਵਾਰ 'ਚ ਇੱਕ ਬੰਦਾ ਪੋਜ਼ੀਟਿਵ ਹੈ, ਫਿਰ ਵੀ ਬਾਕੀ ਨੈਗੇਟਿਵ ਹੈ। ਇਹ ਗੱਲ ਤਾਂ ਝੂਠ ਹੋ ਗਈ, ਇਹਦਾ ਮਤਲਬ ਦੂਸਰੇ ਬੰਦੇ ਨਹੀਂ ਫੈਲਾ ਰਹੇ। ਫਿਰ ਉਹ ਕਹਿੰਦੇ ਕਿ ਹਾਂ ਜਿਹੜੇ ਬੰਦਿਆਂ ਦੇ ਕੋਈ ਸਿੰਪਟਮ ਨਹੀਂ ਹੈ ਬਟ ਉਹਨਾਂ ਕੋਲ ਟੈਸਟ ਪੋਜ਼ੀਟਿਵ ਹੈ, ਉਹ ਫੈਲਾ ਨਹੀਂ ਰਹੇ। ਫਿਰ ਉਹਨੇ ਦੇਖਿਆ ਕਿ ਇਹਨਾਂ ਤਾਂ ਸਾਡਾ ਖਤਮ ਹੋ ਜਾਏਗਾ, ਜਿਹੜੀ ਅਸੀਂ ਡਿਸਿਪਲਿਨ ਪਾਇਆ ਹੈ, ਜਿਹੜਾ ਆਪਾਂ ਲੋਕਾਂ ਨੂੰ ਬੰਦ ਕੀਤੀ ਹੈ ਇਕੋਨਮੀ। ਫਿਰ ਕਹਿੰਦਾ ਪਿਆ ਕਿ ਨਹੀਂ ਉਹ ਫੈਲਾਉਂਦੇ ਨੇ। ਇਹਦਾ ਕੋਈ ਸਾਇੰਟੀਫਿਕ ਹਾਲੇ ਤੱਕ ਪ੍ਰੂਫ ਨਹੀਂ ਆਇਆ ਕਿ ਬਿਮਾਰੀ ਜਿਹੜੀ ਹੈਗੀ ਹੈ ਉਹ ਜਿਹੜੇ ਬੰਦੇ ਨੂੰ ਕੋਈ ਸਿੰਪਟਮ ਨਹੀਂ, ਜਿਹੜਾ ਬੰਦਾ ਬਿਮਾਰ ਹੀ ਨਹੀਂ ਹੈ, ਉਹ ਕਿਵੇਂ ਬਿਮਾਰੀ ਫੈਲਾਏਗਾ? ਕਿਉਂਕਿ ਇਹ ਡ੍ਰੌਪਲੈਟਸ ਨਾਲ ਹੈ। ਜੋ ਤੁਹਾਨੂੰ ਖੰਘ ਕਰਦੇ ਆ, ਲਾਈਕ ਅ ਪ੍ਰੈਸ਼ਰ ਪੰਪ, ਤੁਸੀਂ ਹਵਾ ਵਿੱਚ ਥੋੜ੍ਹਾ ਪਾਣੀ ਦੇ ਡ੍ਰੌਪਲੈਟ ਸਿੱਟਦੇ ਹੋ, ਉਹ ਕਹਿੰਦੇ ਡ੍ਰੌਪਲੈਟਸ 'ਤੇ ਬੈਠ ਕੇ ਆਉਂਦੇ ਆ। ਇਨਫੈਕਟ ਟੀ ਵੀ ਇੱਦਾਂ ਹੀ ਫੈਲਦਾ। ਜੇ ਇਸ ਮੁਲਕ ਵਿੱਚ ਟੀ ਵੀ ਨਹੀਂ ਫੈਲਿਆ, ਜਿੱਥੇ ਕਿ ਇੰਨੇ ਜ਼ਿਆਦਾ ਮਰੀਜ਼ ਆ, 25-26% ਸਾਰੇ ਦੁਨੀਆ ਦੇ ਮਰੀਜ਼ ਹਿੰਦੁਸਤਾਨ ਵਿੱਚ ਹੈ, ਔਰ ਬਿਲਕੁਲ ਇਸੇ ਤਰੀਕੇ ਨਾਲ ਫੈਲਦਾ। ਜੇ ਉਹ ਨਹੀਂ ਫੈਲਿਆ, ਬਿਲਕੁਲ ਅਸੀਂ ਉੱਦਾਂ ਆਮ ਜ਼ਿੰਦਗੀ ਜਿੰਦੇ ਨੇ, ਇਹ ਕਹਿਣਾ ਕਿ ਇਹ ਜ਼ੁਕਾਮ ਫੈਲੇਗਾ ਜਾਂ ਕਾਮਨ ਕੋਲਡ ਫੈਲੇਗਾ। ਔਰ ਇਸੇ ਕਰਕੇ ਹੋਰ ਫਿਗਰਸ ਆ ਰਹੀਆਂ ਕਿ ਜਿਹੜੇ ਬੰਦੇ ਸਭ ਤੋਂ ਜ਼ਿਆਦਾ ਮਾਰੇ